ਸਤਿ ਸ਼੍ਰੀ ਅਕਾਲ ਬੇਟਾ ਜੀ। ਅੱਜ ਦੇ ਵੀਡੀਓ 'ਚ ਅਸੀਂ ਕਰਾਂਗੇ ਇਮੇਜ ਫਾਰਮੇਸ਼ਨ ਬਾय ਸਫੈਰੀਕਲ ਮਿਰਰਸ। ਅਸੀਂ ਰੇ ਡਾਇਗਰਾਮਸ ਦੀ ਹੈਲਪ ਲੈਣੀ ਹੈ ਤੇ ਸਫੈਰੀਕਲ ਮਿਰਰਸ 'ਚ ਇਮੇजेस ਕਿੱਦਾਂ ਬਣਦੀਆਂ ਹਨ ਉਹ ਸਮਝਣਾ ਹੈ। ਵੇਖੋ, ਕਦੇ ਵੀ ਅਸੀਂ ਆਬਜੈਕਟ ਜਦੋਂ ਮਿਰਰ ਦੇ ਸਾਹਮਣੇ ਰੱਖਦੇ ਹਾਂ, ਅਸੀਂ ਐਜ਼ਿਊਮ ਕਰ ਸਕਦੇ ਹਾਂ ਕਿ ਸਾਰਾ ਜਿਹੜਾ ਆਬਜੈਕਟ ਹੈ ਛੋਟੇ ਛੋਟੇ ਪਾਰਟਸ ਨਾਲ ਬਣਿਆ ਹੈ। ਹੁਣ ਇਹ ਪਾਰਟ ਜਿਹੜੇ ਹੈਗੇ ਆ, ਇਹ ਸੋਰਸ ਆਫ ਲਾਈਟ ਦੀ ਤਰ੍ਹਾਂ ਅਸੀਂ ਐਜ਼ਿਊਮ ਕਰਦੇ ਹਾਂ, ਯਾਨੀ ਕਿ ਇਹਨਾਂ ਪਰ ਕੁਝ ਲਾਈਟ ਪੈ ਰਹੀ ਹੋਏਗੀ ਤੇ ਉਹ ਰਿਫਲੈਕਟ ਹੋ ਰਹੀ ਹੋਏਗੀ। ਹੁਣ ਕਿੱਥੋਂ ਲਾਈਟ ਆਈ ਉਹ ਸਾਡਾ ਸਵਾਲ ਨਹੀਂ ਰਹਿ ਜਾਂਦਾ, ਅਸੀਂ ਇਹਨੂੰ ਸੋਰਸ ਹੀ ਮੰਨ ਲੈਂਦੇ ਹਾਂ ਤੇ ਉੱਥੋਂ ਲਾਈਟ ਦੀ ਕਿਰਨਾਂ ਜਾਂਦੀਆਂ ਹਨ। ਹੁਣ ਇਹ ਤਾਂ ਇਨਫਾਈਨਾਈਟ ਜਾਂਦੀਆਂ ਹਨ, ਕਿੰਨੇ ਐਲੀਮੈਂਟ ਅਸੀਂ ਛੋਟੇ ਛੋਟੇ ਇਮੇਜਿਨ ਕਰ ਸਕਦੇ ਹਾਂ। ਬਟ ਅਸੀਂ ਇਮੇਜ ਬਣਾਉਣ ਵਾਸਤੇ, ਦਿਖਾਉਣ ਵਾਸਤੇ ਪੇਪਰ 'ਚ ਅਸੀਂ ਮਿਨੀਮਮ 2 ਰੇਜ਼ ਚੂਜ਼ ਕਰਦੇ ਹਨ। ਰਿਫਲੈਕਸ਼ਨ ਦੇ ਬਾਅਦ ਜਦੋਂ ਮਿਰਰ ਤੇ ਰੇਜ਼ ਲੱਗਣਗੀਆਂ, ਉਹਦੇ ਬਾਅਦ ਜਿੱਥੇ ਮਿਲਦੀਆਂ ਹਨ 2 ਰੇਜ਼, ਉੱਥੇ ਅਸੀਂ ਕਹਿੰਦੇ ਹਾਂ ਉਸ ਸਮਾਲ ਐਲੀਮੈਂਟ ਦੀ, ਉਹ ਜਿਹੜਾ ਛੋਟਾ ਐਲੀਮੈਂਟ ਜਿੱਥੋਂ ਅਸੀਂ 2 ਲਾਈਟਾਂ ਕੱਢੀਆਂ, ਜਿੱਦਾਂ ਸੋਰਸ ਆਫ એનર્ਜੀ ਹੋਵੇ ਜਾਂ ਸੋਰਸ ਆਫ ਲਾਈਟ ਹੋਵੇ, ਉਹ ਉੱਥੇ ਉਸ ਪੁਆਇੰਟ ਦੀ ਇਮੇਜ ਬਣ ਜਾਵੇਗੀ। ਅੱਗੇ ਜਿੱਦਾਂ ਅਸੀਂ ਡਾਇਗਰਾਮ ਬਣਾਵਾਂਗੇ ਤੇ ਤੁਹਾਨੂੰ ਹੋਰ ਇਹ ਸਮਝ ਆਵੇਗੀ। ਇੱਥੇ ਮੈਂ ਇੱਕ ਐਗਜ਼ਾਮਪਲ ਲੈ ਰਿਹਾ ਹਾਂ ਕੌਨਕੇਵ ਮਿਰਰ ਦਾ। ਮੈਂ ਇੱਥੇ ਸੈਂਟਰ ਵੀ ਵਿਖਾਇਆ ਹੋਇਆ ਹੈ ਤੇ ਸ਼ੇਡਡ ਪਾਰਟ ਵੀ ਵਿਖਾਇਆ ਹੋਇਆ ਹੈ ਤੇ ਪ੍ਰਿੰਸੀਪਲ ਐਕਸਿਸ ਵੀ ਵਿਖਾਈ ਹੋਈ ਹੈ। ਅਸੀਂ ਜਿਹੜਾ ਆਬਜੈਕਟ ਲਵਾਂਗੇ, ਅਸੀਂ ਆਬਜੈਕਟ ਕੋਈ ਵੀ ਲੈ ਸਕਦੇ ਹਾਂ, ਹੈ ਨਾ। ਕੋਈ ਗੱਡੀ ਹੋ ਸਕਦੀ ਹੈ, ਕੋਈ ਇਨਸਾਨ ਹੋ ਸਕਦਾ ਹੈ, ਬਟ ਪੇਪਰ ਵਾਸਤੇ ਅਸੀਂ ਆਬਜੈਕਟ ਦਿਖਾਉਂਦੇ ਹਾਂ ਇੱਕ ਐਰੋ। ਇਦਾਂ ਅਸੀਂ ਐਰੋ ਪਾਉਂਦੇ ਹਾਂ ਤੇ ਪ੍ਰਿੰਸੀਪਲ ਐਕਸਿਸ ਤੇ ਉਹਨੂੰ ਰੱਖਦੇ ਹਾਂ। ਤਾਂ ਇਹੀ ਸਾਡੇ ਕੇਸਿਸ ਹੈਗੇ ਆ ਕਿ ਇਹ ਜਿਹੜਾ ਐਰੋ ਹੈ ਇਹ ਅੱਗੇ ਆਏਗਾ ਤਾਂ ਕਿੱਦਾਂ ਦੀ ਇਮੇਜ ਬਣੇਗੀ, ਇਹ ਪਿੱਛੇ ਆਏਗਾ ਤਾਂ ਕਿੱਦਾਂ ਦੀ ਇਮੇਜ ਬਣੇਗੀ। ਇਹੀ ਸਾਡੇ 6 ਕੇਸਿਸ ਹਨ ਕੌਨਕੇਵ ਮਿਰਰ ਦੇ। ਹੁਣ ਦੇਖੋ, ਅਸੀਂ ਜਿੱਦਾਂ ਕਿਹਾ ਸੀ, ਮੰਨ ਲਓ ਇਸ ਆਬਜੈਕਟ ਨੂੰ ਛੋਟੇ ਛੋਟੇ ਇਹ ਡਾਟਸ ਨਾਲ ਬਣਿਆ ਹੋਇਆ, ਜਿਹੜਾ ਚਿੱਟੇ ਕਲਰ ਨਾਲ ਮੈਂ ਦੱਸੇ ਹੋਏ ਆ। ਦੇਖੋ, ਹੁਣ ਇਹ ਜਿਹੜਾ ਟੌਪ ਵਾਲਾ ਪਾਰਟ ਹੈ, ਇਹ ਹਰ ਪਾਸੇ ਅਸੀਂ ਮੰਨਿਆ ਕਿ ਇਹ ਰੇਜ਼ ਦਾ ਸੋਰਸ ਦੀ ਤਰ੍ਹਾਂ ਕੰਮ ਕਰ ਰਿਹਾ। ਲਾਈਟ ਕਿੱਥੋਂ ਪੈ ਰਹੀ ਹੈ ਉਹ ਸਾਨੂੰ ਲੈਣ ਦੇਣਾ ਨਹੀਂ ਕਿ ਇੱਥੋਂ ਆ ਕੇ ਫਿਰ ਰਿਫਲੈਕਟ ਹੁੰਦੀ ਹੋਣੀ। ਅਸੀਂ ਮੰਨ ਹੀ ਲਿਆ ਕਿ ਮੰਨ ਲਓ ਇਹ ਇੱਕ ਸੋਰਸ ਹੈ ਲਾਈਟ ਦਾ। ਹੁਣ ਇੰਨੀਆਂ ਜ਼ਿਆਦਾ, ਇਹ ਤਾਂ ਮੈਂ ਸਿਰਫ 5 ਰੇਜ਼ ਦਿਖਾਈਆਂ, ਇਨਫਾਈਨਾਈਟ ਰੇਜ਼ ਹੋਣੀਆਂ ਇਸੇ ਐਲੀਮੈਂਟ ਤੋਂ ਹਰ ਪਾਸੇ ਚੌਤਰਫਾ। ਸਿੰਪਲਿਸਿਟੀ ਵਾਸਤੇ ਅਸੀਂ ਕੀ ਕਰਦੇ ਹਾਂ, ਇਹ ਜਿਹੜਾ ਐਰੋ ਹੈ ਇਹਦਾ ਜਿਹੜਾ ਟੌਪ ਹੈ, ਇੱਥੇ ਇਹ ਜਿਹੜਾ ਮੈਂ ਪੁਆਇੰਟ ਸਫੇਦ ਜਿਹਾ ਲਾਇਆ, ਇੱਥੋਂ 2 ਰੇਜ਼ ਕੱਢਦੇ ਹਾਂ। ਹੁਣ ਰੇਜ਼ ਅਸੀਂ ਕਿਸੇ ਸਾਈਡ ਵੀ ਕੱਢ ਸਕਦੇ ਹਾਂ, ਬਟ ਅਸੀਂ ਲੈਣੀ ਹੈ ਥੋੜੀ ਜਿਹੀ ਟ੍ਰਿਕ ਯੂਜ਼ ਕਰਨੀ ਹੈ, ਥੋੜੇ ਜਿਹੇ ਟਿਪਸ ਯੂਜ਼ ਕਰਨੇ, ਜਿਹਦੇ ਕਰਕੇ ਸਾਡਾ ਡਾਇਗਰਾਮ ਈਜ਼ੀਲੀ ਬਣੇ। ਇੱਕ ਤਾਂ ਅਸੀਂ ਲੈ ਲੈਂਦੇ ਹਾਂ ਪੈਰਲਲ ਲਾਈਨ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਪੈਰਲਲ ਲਾਈਨ ਫੋਕਸ ਤੇ ਹੁੰਦੀ ਗੁਜ਼ਰਦੀ ਹੈ। ਅਸੀਂ ਕੌਨਕੇਵ ਨੂੰ ਫੋਕਸ ਕੀਤਾ ਸੀਗਾ। ਤੇ ਦੂਜੀ ਰੇ ਅਸੀਂ ਕ੍ਰਾਸ ਕਰਾ ਲੈਣੀ ਹੈ ਸੈਂਟਰ ਤੋਂ। ਸੈਂਟਰ ਤੇ ਕੋਈ ਵੀ ਰੇ ਕ੍ਰਾਸ ਕਰੇਗੀ ਉਹ ਆਪਣੇ ਪਾਥ ਤੇ ਵਾਪਸ ਹੋ ਜਾਂਦੀ ਹੈ, ਰਿਫਲੈਕਟ ਬੈਕ ਔਨ ਦ ਸੇਮ ਪਾਥ। ਇਹ ਜਿੱਥੇ ਵੀ ਕੱਢਣ ਗਿਆ ਉਹ ਪੁਆਇੰਟ ਅਸੀਂ ਮਾਰਕ ਕਰ ਲੈਣਾ ਹੈ ਕੁਛ ਇਸ ਤਰ੍ਹਾਂ। ਇਹ ਲਾਈਟ ਦੇਖੋ ਇਸ ਤਰ੍ਹਾਂ ਗਈ, ਇੱਥੇ ਰਿਫਲੈਕਟ ਹੋ ਕੇ ਫੋਕਸ, ਇਹ ਜਿਹੜਾ ਪੁਆਇੰਟ ਹੈ ਇਹ ਫੋਕਸ ਕਹਿਲਾਉਂਦਾ ਹੈ। ਇੱਥੋਂ ਪੈਰਲਲ ਜਿੱਥੇ ਕ੍ਰਾਸ ਕਰੇਗੀ ਇੱਧਰ ਚੱਲ ਗਈ। ਇਹ ਜਿਹੜਾ ਸੈਂਟਰ ਤੋਂ ਕਿਉਂਕਿ ਗਈ ਲਾਈਨ, ਇਹਨੇ ਕੀ ਕੀਤਾ, ਰਿਬਾਉਂਡ ਹੋ ਗਈ ਜਾਂ ਰਿਫਲੈਕਟ ਬੈਕ ਔਨ ਦਾ ਸੇਮ ਪਾਥ। ਤਾਂ ਹੀ ਕਰਕੇ ਇੱਕੋ ਲਾਈਨ 'ਚ ਮੈਂ 2 ਐਰੋ ਪਾਏ ਹੋਏ ਹਨ। ਹੁਣ ਇਹ ਜਿਹੜਾ ਪੁਆਇੰਟ ਸਾਨੂੰ ਮਿਲਿਆ ਨਾ, ਜਿੱਥੇ ਇਹ ਦੋਨੋਂ ਰੇਜ਼ ਮੀਟ ਕਰ ਰਹੀਆਂ ਹਨ, ਅਸੀਂ ਕਿਹਾ ਸੀ 2 ਰੇਜ਼ ਮੀਟ ਕਰਨੀ ਚਾਹੀਦੀਆਂ ਤੇ ਸਾਡਾ ਕੰਮ ਹੋ ਗਿਆ। ਤੇ ਅਸੀਂ ਕੀ ਕਰਾਂਗੇ, ਇੱਥੇ ਇਹ ਜਿਹੜਾ ਸਫੇਦ ਪਾਰਟ ਮੈਂ ਟੌਪ ਪਾਰਟ ਸੀ ਉਹ ਅਸੀਂ ਇਮੇਜਿਨ ਕਰ ਲੈਣਾ ਕਿ ਇੱਥੇ ਆ ਗਿਆ ਹੈ, ਉਹਦੀ ਇਮੇਜ ਆ ਗਈ ਹੈ। ਹੁਣ ਅਸੀਂ ਕੀ ਕਰ ਸਕਦੇ ਹਾਂ, ਨੈਕਸਟ ਇਹਦਾ ਇੱਕ ਹੋਰ ਪਾਰਟ ਲਈਏ, ਉਹਦੀ ਵੀ ਇਮੇਜ ਬਣਾਈਏ, ਇੱਕ ਹੋਰ ਪਾਰਟ ਲਈਏ, ਉਹਦੀ ਵੀ ਇਮੇਜ ਬਣਾਈਏ। ਤਾਂ ਉਸ ਤਰ੍ਹਾਂ ਚਲਦੇ 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 ਤੁਹਾਨੂੰ ਇਹ ਬਾਕੀ ਪੁਆਇੰਟ ਵੀ ਮਿਲਦੇ ਰਹਿਣਗੇ। ਇਹ ਕਿੱਥੇ ਤੱਕ ਜਾਣਗੇ, ਸਿਰਫ ਪ੍ਰਿੰਸੀਪਲ ਐਕਸਿਸ ਤੱਕ ਹੀ। ਤੇ ਬਾਅਦ ਚ ਤੁਹਾਨੂੰ ਹੌਲੀ ਹੌਲੀ ਇਹਦੀ ਪੂਰੀ ਇਮੇਜ ਇੱਥੇ ਦਿਸਣੀ ਸ਼ੁਰੂ ਹੋ ਜਾਏਗੀ। ਬਟ ਅਸੀਂ ਐਕਚੁਅਲ ਚ ਕੀ ਕੀਤਾ, ਸਿਰਫ ਇੱਕ ਪੁਆਇੰਟ ਨੂੰ ਡਰਾਅ ਕੀਤਾ। ਜੇ ਸਾਨੂੰ ਟੌਪ ਮਿਲ ਗਿਆ ਜਾਂ ਕਹਿ ਸਕਦੇ ਹੋ ਸਰ ਮਿਲ ਗਿਆ ਤਾਂ ਪੈਰ ਲਾਣੇ ਤਾਂ ਈਜ਼ੀ ਨੇ। ਤਾਂ ਇਹ ਬਾਕੀ ਜਿਹੜੀ ਹੈ ਇਹ ਅਸੀਂ ਡਰਾਅ ਨਹੀਂ ਕਰਦੇ, ਇਹ ਅਸੀਂ ਅਸਿਊਮ ਕਰ ਲੈਂਦੇ ਹਾਂ ਆਪਣੇ ਕਨਵੀਨੀਅੰਸ ਦੇ ਹਿਸਾਬ ਨਾਲ ਕਿ ਜੇ ਸਰ ਇੱਥੇ ਹੈ ਤਾਂ ਪੈਰ ਇੱਥੇ ਹੀ ਹੋਏਗਾ। ਤਾਂ ਇਹਨੂੰ ਅਸੀਂ ਇਦਾਂ ਐਰੋ ਦੀ ਸ਼ਕਲ ਦੇ ਦਿੰਦੇ ਹਾਂ, ਇਹ ਸਾਡੀ ਇਮੇਜ ਬਣ ਜਾਣੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਇਹਦੀ ਇਮੇਜ ਇੱਥੇ ਫਾਰਮ ਹੋ ਰਹੀ ਹੈ। ਬਣਾਈ ਕਿੱਦਾਂ, ਸਿਰਫ ਇੱਕ ਪੁਆਇੰਟ ਟੌਪ ਦਾ ਐਰੋ ਜਿਹੜਾ ਸੀਗਾ, ਜਿਹੜਾ ਅਸੀਂ ਆਬਜੈਕਟ ਮੰਨਿਆ ਹੋਇਆ ਹੈ, ਉਹਦਾ ਟੌਪ ਪਾਰਟ 'ਚ 2 ਰੇ ਕੱਢੀਆਂ, ਉਹ ਜਿੱਥੇ ਮਿਲਦੀਆਂ ਪਈਆਂ ਉਹ ਪੁਆਇੰਟ ਮਿਲ ਗਿਆ। ਜੇ ਹੁਣ ਸਾਨੂੰ ਸਰ ਮਿਲ ਗਿਆ ਐਰੋ ਦਾ ਤਾਂ ਸਾਨੂੰ ਆਟੋਮੈਟਿਕਲੀ ਪਤਾ ਲੱਗ ਜਾਂਦਾ ਇਹਦੇ ਪੈਰ ਕਿੱਥੇ ਹੋਣਗੇ। ਅਸੀਂ ਇਹ ਜਿਹੜਾ ਥੱਲੜਾ ਪਾਰਟ ਹੈ ਇਹਦੇ ਵਾਸਤੇ ਰੇ ਬਾਕੀ ਐਲੀਮੈਂਟਾਂ ਤੋਂ ਕੱਢ ਕੇ ਇੱਥੇ ਨਹੀਂ ਮਿਲਾਉਂਦੇ। ਜੇ ਮਿਲਾਓਗੇ ਤਾਂ ਤੁਹਾਨੂੰ ਇੱਥੇ ਹੀ ਮਿਲੇਗਾ।
6 ਕੇਸਿਸ ਲੈਣ ਤੋਂ ਪਹਿਲਾਂ ਅਸੀਂ ਕੁਝ ਚੀਜ਼ਾਂ ਯਾਦ ਕਰ ਲੈਣੀਆਂ ਹਨ। ਪੈਰਲਲ ਰੇਜ਼ ਜਿਹੜੀਆਂ ਹੁੰਦੀਆਂ ਉਹ ਫੋਕਸ ਤੇ ਕ੍ਰਾਸ ਕਰਦੀਆਂ ਹਨ। ਜੇ ਮੇਰਾ ਇਹ ਮਿਰਰ ਹੁੰਦਾ ਤੇ ਇਹ ਪ੍ਰਿੰਸੀਪਲ ਐਕਸਿਸ ਹੈ ਮੰਨ ਲਓ, ਤਾਂ ਇੱਥੇ ਜੇ ਮੈਂ ਇੱਕ ਪੈਰਲਲ ਰੇ ਸੁੱਟਾਂ, ਇਹ ਜਿੱਥੇ ਵੀ ਜਾਏਗੀ ਇਹਨੇ ਫੋਕਸ ਤੋਂ ਕ੍ਰਾਸ ਕਰਨਾ ਹੀ ਹੈ। ਇਹ ਫੋਕਸ ਹੈ। ਇਹ ਕਿਹੜੀ ਹੈ? ਕਿ ਪੈਰਲਲ ਰੇ ਹੈ। ਸਿੱਧੀ ਸਿੱਧੀ ਰੇ ਜਿਹੜੀ ਮਿਰਰ ਤੇ ਪਏਗੀ ਉਹ ਫੋਕਸ ਤੇ ਜ਼ਰੂਰ ਕ੍ਰਾਸ ਕਰਨੀ ਹੈ। ਤੇ ਦੂਜੀ ਚੀਜ਼ ਇਸ ਤੋਂ ਹੀ ਉਲਟਾ, ਯਾਨੀ ਕਿ ਜੇ ਕੋਈ ਰੇ ਇੱਥੇ ਫੋਕਸ ਹੋਵੇ ਉਹਦਾ, ਉੱਥੋਂ ਕ੍ਰਾਸ ਕਰ ਰਹੀ ਹੈ, ਮੰਨ ਲਓ ਇੱਥੋਂ ਸੁੱਟਦਾ ਮੈਂ ਰੇ, ਹੈ ਨਾ, ਹੁਣ ਪੁੱਠਾ ਹਿਸਾਬ ਹੋ ਗਿਆ, ਫੋਕਸ ਤੋਂ ਰੇ ਕ੍ਰਾਸ ਕਰ ਰਹੀ ਹੈ ਤੇ ਇਹਨੇ ਜਾਂਦੀ ਵਾਰੀ ਪੈਰਲਲ ਹੋ ਜਾਣਾ ਹੈ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਤਾਂ ਇੱਕ ਕੇਸ ਯਾਦ ਹੋਇਆ ਤਾਂ ਦੂਜਾ ਆਟੋਮੈਟਿਕਲੀ ਯਾਦ ਹੋ ਜਾਣਾ ਹੈ। ਤੀਜੀ ਚੀਜ਼ ਯਾਦ ਰੱਖਣੀ ਹੈ ਕਿ ਕੋਈ ਰੇ ਜਿਹੜੀ ਸੈਂਟਰ ਤੋਂ ਜਾਏਗੀ ਉਹਨੇ ਆਪਣੇ ਰਸਤੇ ਵਾਪਸ ਚਲ ਜਾਣਾ ਹੈ। ਜਿਵੇਂ ਇਹ ਸੈਂਟਰ ਹੋਵੇ, ਇਹ ਫੋਕਸ ਹੋਵੇ, ਇਹ ਸੈਂਟਰ ਹੈ, ਇਹ ਫੋਕਸ ਹੈ। ਸਾਨੂੰ ਪਤਾ ਇਹ ਹਾਫ ਹੁੰਦਾ, ਜੇ 4 ਸੈਂਟੀਮੀਟਰ ਹੈ ਤਾਂ ਫੋਕਸ 2 ਸੈਂਟੀਮੀਟਰ ਤੇ ਲਾ ਦੇਣਾ ਹੈ। ਹੁਣ ਇੱਕ ਰੇ ਇੱਥੇ ਕ੍ਰਾਸ ਕਰ ਰਹੀ ਹੈ, ਮੰਨ ਲਓ ਇਦਾਂ, ਇਹਦਾ ਰਸਤਾ ਦਿਖਾਉਣ ਵਾਸਤੇ ਇਦਾਂ ਕਰ ਲਿਆ, ਇਹ ਰਿਫਲੈਕਟ ਹੋ ਕੇ ਕਿਤੇ ਜਾਏਗੀ? ਤਾਂ ਨੂੰ ਨਹੀਂ, ਅਸੀਂ ਦੇਖਣਾ ਸੈਂਟਰ ਤੇ ਹੀ ਹੈ ਨਾ ਇਹ, ਤਾਂ ਇਹਨੇ ਇੱਥੇ ਹੀ ਵਾਪਸ ਹੋ ਜਾਣਾ। ਹੁਣ ਅਸੀਂ ਦੋ ਰੇਜ਼ ਦਿਖਾ ਨਹੀਂ ਸਕਦੇ ਪੇਪਰ 'ਚ, ਤਾਂ ਅਸੀਂ ਇੱਕੋ ਰੇ 'ਚ 2 ਐਰੋ ਪਾ ਦਿੰਦੇ ਆ। ਇਹ 2 ਐਰੋ ਪਾਣੇ ਤੁਸੀਂ ਭੁੱਲਣੇ ਨਹੀਂ ਜਦੋਂ ਵੀ ਸੈਂਟਰ ਤੋਂ ਰੇ ਕ੍ਰਾਸ ਹੋ ਰਹੀ ਹੋਏਗੀ। ਇਹਦਾ ਮਤਲਬ ਕੀ ਹੈ? ਇਹ ਜਿਹੜੀ ਰੇ ਆਈ ਸੀਗੀ ਇਹ ਉਸੇ ਰਸਤੇ ਰਿਟਰਨਡ ਇਨ ਦਾ ਸੇਮ ਪਾਥ। ਤੇ ਤੀਜੀ ਚੀਜ਼ ਜਿਹੜੀ ਇੰਪੋਰਟੈਂਟ ਹੈ ਉਹ ਹੈ ਲਾਅ ਆਫ ਰਿਫਰੈਕਸ਼ਨ। ਬਿਲਕੁਲ ਇੱਥੇ ਲੱਗਣਗੇ ਜਿੱਦਾਂ ਫਲੈਟ ਸਰਫੇਸ 'ਚ ਲੱਗਦੇ ਸੀ। ਐਂਗਲ ਆਫ ਇੰਸੀਡੈਂਸ ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਹੋਵੇਗਾ। ਕਦੇ ਵੀ ਅਸੀਂ ਫਸ ਗਏ ਇਮੇਜ ਬਣਾਉਣ 'ਚ, ਫੋਰ ਐਗਜ਼ਾਮਪਲ ਮੈਂ ਕਹਾਂ ਅੱਛਾ ਰੇਜ਼ ਇੱਦਾਂ ਆ ਰਹੀਆਂ ਹਨ, ਇੱਕ ਰੇ ਇੱਦਾਂ ਆਈ, ਦੱਸੋ ਰਿਫਲੈਕਸ਼ਨ ਹੋ ਕੇ ਕਿੱਥੇ ਜਾਏਗੀ? ਤਾਂ ਅਸੀਂ ਕੀ ਕਰਨਾ ਹੈ, ਇਹ ਪ੍ਰਿੰਸੀਪਲ ਐਕਸਿਸ ਇੱਕ ਤਰ੍ਹਾਂ ਦਾ ਨਾਰਮਲ ਹੀ ਹੈ, 90 ਡਿਗਰੀ ਹੈ ਮਿਰਰ ਤੋਂ, ਤਾਂ ਅਸੀਂ ਇਹ ਆਈ ਹੋ ਗਿਆ ਨਾ ਨਾਰਮਲ ਦੇ ਨਾਲ, ਇੱਧਰ ਇਹ ਬਰਾਬਰ ਹੋਣਾ ਚਾਹੀਦਾ। ਤਾਂ ਇੱਥੇ ਰੂਲ ਵੀ ਫੋਲੋ ਕਰਦਾ ਹੈ, ਇਹ ਰੂਲ ਚੇਂਜ ਨਹੀਂ ਹੁੰਦਾ। ਰਿਵੀਜ਼ਨ ਕਰ ਲਈਏ, ਪੈਰਲਲ ਰੇਜ਼ ਫੋਕਸ ਤੇ ਕ੍ਰਾਸ ਕਰਨਗੀਆਂ। ਜੇ ਫੋਕਸ ਤੋਂ ਰੇ ਗਈ ਤਾਂ ਪੈਰਲਲ ਹੋ ਜਾਏਗੀ, ਸੈਂਟਰ ਤੋਂ ਜਿਹੜੀ ਰੇ ਗਈ ਉਹ ਰਿਫਲੈਕਟਡ ਬੈਕ ਹੋ ਜਾਏਗੀ ਸੇਮ ਪਾਥ ਤੇ। ਲਾਅ ਆਫ ਰਿਫਲੈਕਸ਼ਨ ਹੋਲਡ ਕਰਨਗੇ, ਉਹਨਾਂ 'ਚ ਕੋਈ ਚੇਂਜ ਨਹੀਂ ਹੈ। ਹੁਣ ਚਲੋ ਕੇਸ ਕਰ ਲੈਂਦੇ ਆ। ਉਹਦੇ ਵਾਸਤੇ ਅਸੀਂ ਇੱਕ ਕੌਨਕੇਵ ਮਿਰਰ ਜਿਹੜਾ ਹੈਗਾ ਉਹ ਡਰਾ ਕਰਨਾ ਹੈ। ਇੱਦਾਂ ਸਰਕਲ ਮਾਰ ਲੈਣਾ ਹੈ, ਫਿਰ ਬਾਕੀ ਮਿਟਾ ਲੈਣਾ ਹੈ, ਜਿਹਦੇ ਕਰਕੇ ਸਾਡੀ ਜਿਹੜੀ ਸਫੈਰੀਕਲ ਕਰਵ ਹੈ ਉਹ ਚੰਗੀ ਤਰ੍ਹਾਂ ਆਵੇ। ਇੱਥੇ 2 ਪੁਆਇੰਟ ਲਏ ਹਨ, ਜਿੱਥੋਂ ਪ੍ਰਕਾਰ ਰੱਖੀਏ ਤੁਸੀਂ ਉਹਨੂੰ ਸੈਂਟਰ ਕਹਾਂਗੇ, ਤੇ ਜਿਹੜਾ ਦਾ ਹਾਫ ਹੋ ਜਾਏਗਾ, ਜਿੱਥੇ ਇਹਦਾ ਹਾਫ ਪੋਰਸ਼ਨ ਕੰਪਲੀਟ ਹੁੰਦਾ ਹੈ ਉੱਥੇ ਅਸੀਂ ਫੋਕਸ ਲਾ ਦਾਂਗੇ। ਯਾਨੀ ਕਿ ਇਹ 4 ਸੈਂਟੀਮੀਟਰ ਦਾ ਹੋਇਆ ਤਾਂ 2 ਸੈਂਟੀਮੀਟਰ ਦੇ ਤੁਸੀਂ ਆਪੇ ਹੀ ਪੁਆਇੰਟ ਲਾ ਦੇਣਾ ਹੈ ਫੋਕਸ ਦਾ। ਯਾਦ ਰਵੇ ਜਿਹੜਾ ਰੇਡੀਅਸ ਹੋਏਗਾ ਇਸ ਸਰਕਲ ਦਾ ਰੇਡੀਅਸ ਕੀ ਹੋਏਗਾ, ਇਹ ਇੱਥੇ ਤੱਕ, ਇਹਦਾ ਹਾਫ ਜਿਹੜਾ ਹੋਏਗਾ ਉਹ ਫੋਕਸ ਹੁੰਦਾ ਹੈ, ਜਾਂ ਅਸੀਂ ਕਹਿ ਦਿੰਦੇ ਹਾਂ ਸੈਂਟਰ ਤੋਂ ਹਾਫ ਹੁੰਦਾ ਹੈ। ਇਹ ਤੋਂ ਹੀ ਪੁਆਇੰਟ ਯਾਦ ਰੱਖਣੇ ਹਨ। ਇਹ ਸਾਡੀ ਪ੍ਰਿੰਸੀਪਲ ਐਕਸਿਸ ਹੋ ਗਈ ਤੇ ਇਹ ਸਾਡੇ ਡਿਫਰੈਂਟ ਪੁਆਇੰਟਸ ਹਨ, ਸੈਂਟਰ, ਫੋਕਸ, ਪੋਲ, ਪ੍ਰਿੰਸੀਪਲ ਐਕਸਿਸ। ਨਾਲ ਨਾਲ ਬਣਾਈ ਜਾਓ, ਸਾਰੇ ਕੇਸ ਕਵਰ ਹੋ ਜਾਣੇ ਹਨ। ਸਭ ਤੋਂ ਪਹਿਲੇ ਅਸੀਂ ਕੌਨਕੇਵ ਮਿਰਰ ਦੇ ਕੇਸ ਵੇਖ ਲਾਂਗੇ ਬੇਟਾ ਜੀ। ਅਸੀਂ 6 ਕੇਸਿਸ ਕਰਨੇ ਹਨ। ਇਹੀ ਸਾਰੇ ਆਬਜੈਕਟ ਹਨ ਜਿਹੜੇ ਡਿਫਰੈਂਟ ਪੁਆਇੰਟ ਤੇ ਰੱਖੇ ਜਾਣਗੇ ਤੇ ਸਾਨੂੰ ਪੁੱਛਿਆ ਜਾਏਗਾ ਇਹਨਾਂ ਦੀ ਇਮੇਜ ਕਿੱਥੇ ਬਣੇਗੀ। ਇਹ ਟੋਟਲ 6 ਕੇਸਿਸ ਹਨ। ਇਹ ਮੈਂ ਬਹੁਤ ਹੀ ਦੂਰ ਜਾਂ ਇਨਫਿਨਿਟੀ ਤੇ ਕਹਿ ਸਕਦਾ ਹਾਂ ਇਹਨੂੰ ਆਬਜੈਕਟ ਨੂੰ ਰੱਖਿਆ ਹੋਇਆ ਹੈ, ਇਹ ਸਭ ਤੋਂ ਲੈਫਟ ਤੇ। ਫਿਰ ਮੈਂ ਸੈਂਟਰ ਦੇ ਥੋੜੇ ਜਿਹਾ ਦੂਰ ਹਾਂ ਜਾਂ ਸਮਥਿੰਗ ਅਵੇ ਫਰੋਮ ਦਾ ਸੈਂਟਰ ਕਵਾਂਗੇ। ਫਿਰ ਮੈਂ ਸੈਂਟਰ ਤੇ ਹੀ ਆਬਜੈਕਟ ਨੂੰ ਰੱਖਤਾ, ਐਟ ਸੈਂਟਰ, ਇੱਕ ਕੇਸ ਹੋ ਗਿਆ। ਫਿਰ ਸੈਂਟਰ ਦੇ ਫੋਕਸ ਦੇ ਵਿੱਚ, ਫਿਰ ਫੋਕਸ ਤੇ ਨਾਲ ਫਿਰ ਫੋਕਸ ਤੇ ਕਹਿ ਸਕਦਾ ਹਾਂ ਪੋਲ ਦੇ ਵਿੱਚ ਅਸੀਂ ਆਬਜੈਕਟ ਰੱਖ ਲਿਆ। ਹੁਣ ਇੱਕ ਇੱਕ ਕਰਕੇ ਕਰਦੇ ਹਾਂ। ਸਟਾਰਟ ਕਿੱਥੋਂ ਕਰਾਂਗੇ ਅਸੀਂ? ਇਨਫਿਨਿਟੀ ਤੋਂ। ਬਾਕੀ ਨੂੰ ਵੀ ਯਾਦ ਰੱਖਣਾ ਕਿ ਹੁਣ ਅਸੀਂ ਇੱਕ ਤਰ੍ਹਾਂ ਨਾਲ ਆਬਜੈਕਟ ਨੂੰ ਇੱਧਰ ਦੇ ਪਾਸੇ ਚਲਾਈ ਜਾਣਾ ਹੈ। ਸਭ ਤੋਂ ਪਹਿਲੇ ਕੇਸ ਕਰ ਲੈਂਦੇ ਹਾਂ ਇਨਫਿਨਿਟੀ ਦਾ, ਜਦੋਂ ਆਬਜੈਕਟ ਬਹੁਤ ਦੂਰ ਹੋਵੇ। when object is at infinity, very far। ਜਦੋਂ ਵੀ ਕੋਈ ਆਬਜੈਕਟ ਇਨਫਿਨਿਟੀ ਤੇ ਹੁੰਦਾ ਹੈ ਤੇ ਸਾਨੂੰ ਉਹਦੇ ਤੋਂ ਜਿਹੜੀ ਵੀ ਰੇਜ਼ ਆਏਗੀ ਉਹ ਪੈਰਲਲ ਹੀ ਆਏਗੀ। ਕੋਈ ਵੀ ਰੇ ਹੋਏ ਉਹ ਆਂਦੇ ਆਂਦੇ, ਕਿਉਂਕਿ ਇਹ ਆਬਜੈਕਟ ਇੰਨਾ ਦੂਰ ਹੈ, ਉਹ ਸਮਾਨਾਂਤਰ ਜਾਂ ਪੈਰਲਲ ਹੋ ਜਾਵੇਗੀ। ਸਾਨੂੰ ਹੁਣ ਇਮੇਜ ਬਣਾਉਣ ਵਾਸਤੇ 2 ਰੇਜ਼ ਚਾਹੀਦੀਆਂ ਹੁੰਦੀਆਂ, ਤਾਂ ਅਸੀਂ ਉਹੀ ਕਰਾਂਗੇ। ਟੌਪ ਦਾ ਪਾਰਟ ਲਈਏ, ਇਹ ਜਿਹੜਾ ਟੌਪ ਇੱਕ ਬਿੰਦੂ ਹੈ ਇਹਦਾ ਸਕੇਲ ਲਿਆਉਂਦੇ ਹਾਂ ਤੇ ਇੱਥੋਂ ਪੈਰਲਲ ਰੇ ਬਣਾ ਲਈਏ। ਉਹੀ ਹਿੰਦੀ ਦੀ ਕਾਪੀ ਜਿਹੜੀ ਹੈ ਤੁਹਾਨੂੰ ਹੈਲਪ ਕਰ ਦੇਗੀ। ਇੱਕ ਲਾਈਨ ਤਾਂ ਸਿੱਧੀ ਸਿੱਧੀ ਤੁਸੀਂ ਬਣਾ ਦੇਣੀ ਹੈ। ਇੱਕ ਇੰਸੀਡੈਂਟ ਰੇ ਹੋ ਗਈ। ਜਿਹੜੀ ਵੀ ਪੈਰਲਲ ਰੇ ਆਉਂਦੀ ਹੈ ਕਿੱਥੇ ਪਾਸ ਹੁੰਦੀ ਹੈ? ਉਹ
फोकस ते पास होंदी है। फोकस भी असी पहले बनाया हुआ है, सेंटर का अध ले लेना है। तो इदा साडी पहली रे चल गई। ये पहली रे। हुण दूजी रे किसी होर एंगल ते आएगी नहीं। जे चीज़ां इनफिनिटी ते होईयां, बहुत दूर होईयां, तो सारियां जिहड़ियां रेज आणगियां वो पैरल ही आणगियां। दूजी रे भी भावें इस पॉइंट ते ले लो भावें इस पॉइंट तो सारियां पैरल ही होणगियां। तो असीं स्केल लैके एक और ये पैरल रे बना ली। ये भी फोकस ते ही क्रॉस करेगी। फोकस ते क्रॉस किया, ए पॉइंट ते इन्हें क्रॉस कर जाना है। एरो ठीक कर लिए, इदा दे एरो, इदा दे एरो। हुण इत्थे सवाल पैदा हो सकता है कि सर ये तो तुसीं प्रिंसीपल एक्सिस ते बना ही दी, सेंटर ये है, मैं तो दस सकदा, तुसीं कहंदे इनफिनिटी देख नहीं सकते, असीं उत्थे ऑब्जेक्ट बना नहीं सकते। तां ही ये बहुत दूर दिखाने वास्ते असीं की करांगे, इनू मिटा लवांगे, विच डैश छड़ दांगे। पहले बना लो लाइन, फिर रबड़ नाल मिटा दो। ਇਹਦਾ मतलब की है, ਇਹਦੇ ਨਾਲ ਇਹ ਇਨਫੋਰਮੇਸ਼ਨ ਜਾਂਦੀ ਹੈ ਕਿ ਇਹ ਆਬਜੈਕਟ ਇੱਥੇ ਨਹੀਂ ਹੈਗਾ, ਬਹੁਤ ਦੂਰ ਹੈ। ਬਟ ਸਾਡੇ ਕਾਪੀ ਤਾਂ ਲਿਮਿਟਿਡ ਹੈ ਨਾ, ਹੁਣ ਕਾਪੀ ਥੋੜਾ ਇਨਫਾਈਨਾਈਟ ਕਰ ਲਈਏ। ਤਾਂ ਅਸੀਂ ਕੀ ਕੀਤਾ, ਇਹ ਡਾਟਡ ਲਾਈਨਸ ਬਣਾ ਲਈਆਂ, ਜਿਹਦੇ ਕਾਰਨ ਅਸੀਂ ਇਹ ਦੱਸਦੇ ਪਏ ਹਾਂ ਕਿ ਇਹ ਆਬਜੈਕਟ ਬਹੁਤ ਹੈ ਦੂਰ। ਤਾਂ ਹੀ ਕਰਕੇ ਸਾਰੀਆਂ ਲਾਈਨਾਂ ਜਿਹੜੀਆਂ ਦੇਖੋ ਆ ਰਹੀਆਂ ਨੇ, ਇਸ ਆਬਜੈਕਟ ਤੋਂ ਆ ਰਹੀਆਂ ਹਨ, ਉਹ ਸਾਰੀਆਂ ਹੀ ਪੈਰਲਲ ਹਨ ਤੇ ਉਹਨਾਂ ਨੇ ਇੱਕੋ ਪੁਆਇੰਟ ਤੇ ਮਿਲਣਾ ਹੈ। ਇਸ ਚੀਜ਼ ਨੂੰ ਯਾਦ ਰੱਖਣਾ ਹੈ। ਇਹ ਦੇਖੋ ਇਸੇ ਪੁਆਇੰਟ ਤੇ ਇਮੇਜ बनती पई है। क्या साइज है? कुछ नहीं, लगभग ना दे बराबर ही साइज है। अगे यहाँ डिस्कस करांगे, पहले एक बार सारे केस खत्म कर लिए। ये डॉट जिहड़ा आ गया ना, ये पूरे ऑब्जेक्ट की इमेज इत्थे है, इस डॉट ते ही। की साइज होएगा, किद्दां दी होएगी, चलो नैक्सट करते हैं, इनू डिस्कस करांगे बाद च। एक केस हो गया। हुण असीं सैकंड केस करना है जदों सेंटर ते थोड़ा जिहा दूर। हुण इनफिनिटी वाला हिसाब नहीं है कि बहुत दूर है। ਹੁਣ ਅਸੀਂ ਰੇਜ਼ ਡਰਾ ਕਰ ਸਕਦੇ ਹਾਂ, ਸਾਨੂੰ ਚਾਹੀਦੀਆਂ ਦੋ ਰੇਜ਼। ਤਾਂ ਦੇਖੋ ਕਿਹੜੀ ਕਰ ਸਕਦੇ ਹੋ, ਇਹਦੇ ਪਹਿਲੀ ਹਿੰਦੀ ਦੀ ਲਾਈਨ ਤੱਕ ਹੀ ਮੈਂ ਇਹ ਯਾਰੋ ਬਣਾਇਆ ਜਾਣ ਬੁੱਝ ਕੇ, ਕਿਉਂਕਿ ਮੈਨੂੰ ਪਤਾ ਹੈ ਇੱਕ ਰੇ ਤਾਂ ਮੈਨੂੰ ਮਿਲ ਹੀ ਜਾਣੀ ਹੈ ਅਰਮਾਨ ਨਾਲ, ਜਿਹੜੀ ਹੋਏਗੀ ਪੈਰਲਲ ਰੇ। ਜਿਹੜੀ ਹਿੰਦੀ ਦੀ ਕਾਪੀ ਹੈ ਉਹਨੇ ਹੀ ਮੈਨੂੰ ਇੱਕ ਰੇ ਦੇ ਦੇਣੀ ਹੈ। ਇਹ ਦੇਖੋ, ਇਹਨੂੰ ਸਿੱਧਾ ਰੱਖਿਆ ਸਕੇਲ ਨੂੰ। ਇੱਕ ਇਹ ਰੇ ਪੈਰਲਲ ਰੇ ਕਿੱਥੋਂ ਕ੍ਰੋਸ ਕਰਦੀ ਹੈ ਜੀ, ਫੋਕਸ ਤੋਂ। ठीक है, दूजी रे कितों लियाइए, सेंटर तो क्रॉस कर देने। सेंटर ते क्रॉस करिए तो की होएगा, ये सेंटर तो ये तो वापस ही चल जाती है। इनू किदा दिखाइए, पहले जी पैरलल रे थी इनू तो इदा करता, इदा करता, इदा रिफ्लैक्ट होकर चल गई इधर। ये जी रे है जी असी सेंटर तो गुजारी, ये की करती है, इट गोज बैक टू इट्स ओरिजिनल पाथ। जितों आई सी उतों ही वापस, तो इतों गई सी तो इसे रस्ते इन्हें टकरा के वापस चल जाना है। ये प्रॉपर्टी है, असीं सीख चुके हैं। पैरल रे फोकस ते जांदियां हन, फोकस रे पैरल हो जांदियां हन, ते सेंटर तो जिहड़ी भी रेज आएगी वो वापस हो जाती है। इन्हां ने एक पॉइंट ए सानू देता, हुण असीं इत्थे बना लेना है साडा ऑब्जेक्ट। ये इस पॉइंट का हैड होएगा, इधर जिथे दो रेज मिलियां इत्थों निकलियां सी, तो इन्हें इहदा दिता, ये बन गया इहदा सर। तो पैर कितने होणगे, उपर नूं, कितने तक जाणगे जी, प्रिंसीपल एक्सिस तक। ये इहदी इमेज बन गई, छोटी हो गई ना इमेज। थोड़ा जिहा लिख लीए इस केस नूं। ये किहड़ा केस है, वैन ऑब्जेक्ट, ये नंबर 2 है, इज अवे फ्रॉम सेंटर, यानी कि सेंटर तो थोड़ा जिहा दूर रखा होया है। असी वेखते हाँ कि इमेज छोटी हो रही है तो पुट्ठी हो रही है। ये सीधा सी ना, ये पुट्ठी हो गई। हुण नैक्सट केस करते हाँ। हुण सेंटर ते ऑब्जेक्ट ले लो, यानी कि ऑब्जेक्ट नूं सेंटर ते ही रखता असी। हुण की होएगा, बहुत सिंपल केस है। स्केल लिया, जिहड़ी पहली लाइन ईजीली मिलती है वो ले ली, जिहड़ी हैगी पैरलल। हाले तक याद रखना तीनों तीजे केस पहुंच गए हैं, पर ये लाइन तो असी हर केस च पा ही रहे हाँ। इन्हें रिफ्लैक्ट होके फोकस तो गुजर जाना है, ठीक है। और
ਇੱਥੇ ਦੂਜੀ ਰੇ ਕਿੱਥੇ ਪਾਸ ਕਰੀਏ, ਕੰਮ ਕਰਦੇ ਹਾਂ ਫੋਕਸ ਤੋਂ ਲਗਾ ਦਿੰਦੇ ਹਾਂ। ਕਿਉਂ ਸੈਂਟਰ ਕਿਉਂ ਨਹੀਂ, ਕਿਉਂਕਿ ਸੈਂਟਰ ਤਾਂ ਦੇਖੋ ਇਹਦੇ ਉੱਪਰ ਹੀ ਅਸੀਂ ਆਬਜੈਕਟ ਹੀ ਰੱਖਤਾ। ਹੁਣ ਇੱਥੇ ਮੋੜ ਕਿਵੇਂ, ਕਿੱਦਾਂ ਇੱਥੋਂ ਕ੍ਰੋਸ ਕਰ ਲਾਂ, ਰੇਜ਼ ਸਿੱਧੀਆਂ ਜਾਂਦੀਆਂ ਨਾ ਰੇਜ਼ ਤੇ, ਤਾਂ ਇਹ ਆਪਸ਼ਨ ਰਹੀ ਨਹੀਂ। ਪਿੱਛੇ ਸੀਗੀ ਸਾਡੇ ਕੋਲ ਆਪਸ਼ਨ ਜਦੋਂ ਅਵੇ ਫਰੋਮ ਸੈਂਟਰ ਸੀ, ਸਾਹਮਣੇ ਸੈਂਟਰ ਦਿਸਦਾ ਪਿਆ ਸੀ। ਇਸ ਕੇਸ 'ਚ ਤਾਂ ਸੈਂਟਰ ਦਿਸਦਾ ਨਹੀਂ ਪਿਆ। ਇੱਥੇ ਖਲੋਗੇ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹੋ ਸੈਂਟਰ ਤੁਹਾਡੇ ਪੈਰਾਂ ਹੇਠ ਹੈ। ਹੁਣ ਇੱਦਾਂ ਮੁੜ ਕੇ ਥੋੜਾ ਨਾ ਆ ਜਾਏਗੀ ਰੇਜ਼, ਤਾਂ ਕਰਕੇ ਅਸੀਂ ਕੀ ਕਰਾਂਗੇ, ਫੋਕਸ ਤੋਂ ਲਗਾ ਲੈਂਦੇ ਹਾਂ। ਜਿਹੜੀ ਰੇ ਫੋਕਸ ਤੋਂ ਜਾਏਗੀ ਉਹ ਕੀ ਹੋ ਜਾਏਗੀ, ਉਹ ਪੈਰਲਲ ਹੋ ਜਾਂਦੀ ਹੈ। ਤਾਂ ਇਹਨੂੰ ਅਸੀਂ ਪੈਰਲਲ ਡਰਾ ਕਰ ਲੈਣਾ ਹੈ। ਪੈਰਲਲ ਡਰਾ ਕਰ ਲਿਆ, ਇੱਦਾਂ ਲੰਘ ਜਾਣੀ ਹੈ ਐਰੋ। ਇਹ ਰੇ ਜਾਂਦੀ ਸੀ ਇੱਥੇ ਤੇ ਇੱਧਰ ਚੱਲ ਗਈ, ਇਹ ਰੇ ਇੱਥੇ ਗਈ ਤੇ ਇੱਥੇ ਚੱਲ ਗਈ, ਮਿਲ ਗਿਆ ਪੁਆਇੰਟ। ਇਹ ਜਿਹੜਾ ਪੁਆਇੰਟ ਮਿਲਿਆ ਇਹ ਟੌਪ ਪੋਰਸ਼ਨ ਦੀ ਇਮੇਜ ਬਣ ਗਈ। ਆਓ ਬਣਾ ਲਈਏ ਇਹਨੂੰ, ਯਾਨੀ ਕਿ ਇਹ ਹੈਡ ਜਾਂ ਸਰ ਮਿਲ ਗਿਆ ਐਰੋ ਦਾ, ਤੇ ਇਹਨੂੰ ਸਿੱਧਾ ਕਰੀਏ। ਇਹ ਦੋਨੋਂ ਇਮੇਜ 'ਚ ਤਾਂ ਕੋਈ ਫਰਕ ਨਹੀਂ ਲੱਗਦਾ ਪਿਆ, ਇਕੁਅਲ ਸਾਈਜ਼ ਦੀਆਂ ਬਣ ਗਈਆਂ। ਚਲੋ ਅੱਗੇ ਚਲਦੇ ਹਾਂ, ਯਾਨੀ ਕਿ ਅੱਗੇ ਚਲਦੇ ਹਾਂ ਮਤਲਬ ਸੈਂਟਰ ਤੋਂ ਗਾਂ। ਹੁਣ ਸੈਂਟਰ ਦੇ ਫੋਕਸ ਦੇ ਵਿੱਚ ਹੋਏਗਾ ਤਾਂ ਕੀ ਕਰਾਂਗੇ, ਪਹਿਲੀ ਰੇ ਹਾਲੇ ਵੀ ਸਾਥ ਦੇਗੀ ਸਾਡਾ, ਪੈਰਲਲ ਰੇਜ਼ ਖਿੱਚ ਦੋ ਇੱਕ, ਕਿਉਂਕਿ ਫੋਕਸ ਤੇ ਕ੍ਰਾਸ ਕਰਾ ਸਕਦੇ ਹਾਂ ਅਸੀਂ। ਚਲੋ ਇੱਕ ਰੇ ਤਾਂ ਇਹ ਸਾਨੂੰ ਹਮੇਸ਼ਾ ਹੀ ਫਾਇਦਾ ਦੇ ਰਹੀ ਹੈ ਹਿੰਦੀ ਦੀ ਕਾਪੀ। ਦੂਜੀ ਰੇ ਕਿੱਥੋਂ ਪਾਸ ਕਰਾਈਏ, ਦੂਜੀ ਰੇ ਵੀ ਗਾਂ ਫੋਕਸ ਤੇ ਕਰਾ ਦਿਓ, ਜਿੱਦਾਂ ਤੁਸੀਂ ਇਹਦੇ 'ਚ ਕੀਤਾ ਸੀ, ਪਿਛਲੇ ਕੇਸ 'ਚ ਕੀਤਾ ਜਦੋਂ ਸੈਂਟਰ 'ਚ ਸੀਗੇ। ਬਟ ਹੁਣ ਕਿਆ ਰੇ ਬਰਾਬਰ ਸਾਈਜ਼ ਦੀ ਹੋਏਗੀ, ਵੇਖ ਲੈਂਦੇ ਹਾਂ। ਇਹਦੀ ਪੈਰਲਲ ਲੈ ਕੇ ਜਾਈਏ, ਇਹ ਵੇਖੋ ਪੈਰਲਲ ਇੱਦਾਂ, ਇਹ ਰੇ ਇੱਧਰ ਟਕਰਾ ਕੇ ਇੱਧਰ ਜਾਣ ਰਹੀ ਸੀ, ਤੇ ਇਹ ਰੇ ਇੱਧਰ ਟਕਰਾ ਕੇ ਇੱਧਰ ਗਈ। ਇਹ ਮਿਲ ਗਿਆ ਜਿੱਥੇ ਇੰਟਰਸੈਕਸ਼ਨ ਹੋਇਆ ਜਾਂ ਜਿੱਥੇ ਰੇਜ਼ ਮਿਲੀਆਂ, ਉੱਥੇ ਅਸੀਂ ਕਹਿ ਦੇਣਾ ਇਹਦਾ ਹੈਡ ਬਣ ਗਿਆ ਇੱਦਾਂ। ਇਹ ਸਾਈਜ਼ ਥੋੜਾ ਜਿਹਾ ਵੱਡਾ ਹੋ ਗਿਆ, ਧਿਆਨ ਰੱਖਣਾ। ਚਲੋ ਹੋਰ ਗਾਂ ਕਰੀਏ ਆਬਜੈਕਟ ਨੂੰ, ਹੁਣ ਫੋਕਸ ਤੇ ਹੀ ਰੱਖ ਦਈਏ। ਇਹ ਆ ਗਿਆ ਫੋਕਸ ਤੇ, ਪਹਿਲੀ ਰੇ ਹੁਣ ਵੀ ਹੈਲਪ ਕਰੇਗੀ, ਦੇਖਦੇ ਹਾਂ। ਜੇ ਪਹਿਲੀ ਰੇ ਇੱਥੇ ਬਣਾ ਲਈਏ ਪੈਰਲਲ ਰੇਜ਼, ਜਗ੍ਹਾ ਮਿਲੇਗੀ ਤੇ ਜਾਵਾਂਗੇ। ਇੱਥੇ ਟਕਰਾਏਗੀ ਤੇ ਟਕਰਾ ਕੇ ਫੋਕਸ ਤੋਂ, ਹਾਂ ਫੋਕਸ ਤਾਂ ਪੈਰਾਂ ਹੇਠ, ਤਾਂ ਪੈਰਾਂ ਹੇਠ ਤਾਂ ਨਿਕਲ ਹੀ ਸਕਦੇ ਹੋ। ਚਲੋ ਪੈਰਾਂ ਹੇਠ ਨਿਕਲ ਗਏ, ਇੱਕ ਇਹ ਰੇ ਜਾ ਰਹੀ ਹੈ। ਹੁਣ ਦੂਜੀ ਰੇ ਥੋੜੇ ਧਿਆਨ ਨਾਲ, ਇਹਨਾਂ ਕੇਸਾਂ 'ਚ ਫੋਕਸ 'ਚ ਤੇ ਫੋਕਸ ਦੇ ਬਾਅਦ ਜਿਹੜਾ ਕੇਸ ਆਏਗਾ ਥੋੜਾ ਧਿਆਨ ਦੇਣ ਦੀ ਜ਼ਰੂਰਤ ਹੈ, ਬਾਕੀ ਤਾਂ ਤੁਹਾਨੂੰ ਈਜ਼ੀਲੀ ਮਿਲ ਜਾਂਦੀਆਂ ਨੇ, ਕਾਮਨ ਸੈਂਸ ਹੈਗੀ ਆ। ਹੁਣ ਇੱਥੇ ਅਸੀਂ, ਸਾਨੂੰ ਅੱਗੇ ਕੁਝ ਵੀ ਨਹੀਂ ਦਿਸਦਾ ਪਿਆ, ਅਸੀਂ ਕੀ ਕਰ ਸਕਦੇ ਹਾਂ, ਇੱਥੋਂ ਸੈਂਟਰ ਤੋਂ ਰੇ ਲੰਘਾ ਸਕਦੇ ਹਾਂ। ਹੁਣ ਤੁਸੀਂ ਕਹੋਗੇ ਸਰ ਸੈਂਟਰ ਤਾਂ ਗਾਂ ਹੈ ਨਹੀਂ, ਕਿੱਦਾਂ, ਪਰ ਸਾਨੂੰ ਇਹ ਚੀਜ਼ ਪਤਾ ਹੈ, ਜੇ ਸੈਂਟਰ ਤੋਂ ਦੇਖੋ ਰੇਜ਼ ਇੱਧਰ ਨੂੰ ਪਾਵਾਂ ਮੈਂ, ਇਸ ਸੈਂਟਰ ਤੋਂ ਹੀ ਲੱਗੇਗੀ ਨਾ ਵਾਪਸ ਜਾ ਕੇ, ਤਾਂ ਅਸੀਂ ਕਹਿ ਸਕਦੇ ਹਾਂ ਇਹ ਰੇ ਸੈਂਟਰ ਤੋਂ ਆ ਰਹੀ ਹੈ ਤੇ ਵਾਪਸ ਹੋ ਕੇ ਸੈਂਟਰ ਤੇ ਜਾ ਰਹੀ ਹੈ। ਇਹ ਵੀ ਇੱਕ ਤਰ੍ਹਾਂ ਦੀ ਕ੍ਰਾਸਿੰਗ ਹੋ ਗਈ, ਯਾਨੀ ਕਿ ਜੇ ਮੈਂ ਰੇ ਇੱਥੋਂ ਲੈ ਕੇ ਜਾਵਾਂ ਇੱਧਰ, ਇਹ ਮੰਨ ਲਓ ਐਰੋ ਲਾਤਾ ਇੱਥੇ, ਹੁਣ ਇਹਨੇ ਟਕਰਾ ਕੇ ਕੀ ਕਰਨਾ ਹੈ, ਵਾਪਸ ਹੋ ਕੇ ਕਿੱਥੇ ਜਾਏਗੀ, ਸੈਂਟਰ ਤੋਂ, ਕਿਉਂਕਿ ਸੈਂਟਰ ਤੇ ਕਿਹੜੀ ਵੀ ਲਾਈਨ ਜਾਂਦੀ ਹੈ ਉਹ ਸਿੱਧਾ ਸਿੱਧਾ ਆਪਣੇ ਰਸਤੇ ਵਾਪਸ ਹੋ ਜਾਂਦੀ ਹੈ। ਤਾਂ ਇਹ ਰੇ ਦੀ ਡਾਇਰੈਕਸ਼ਨ ਮੈਂ ਐਰੋ ਇੱਦਾਂ ਦਿਖਾ ਦਾਂਗਾ। ਹੁਣ ਇਹ ਕਿੱਥੇ ਮਿਲਦੀਆਂ ਨੇ ਪੈਰਲਲ ਲਾਈਨਸ, ਪੈਰਲਲ ਲਾਈਨਸ ਕਹਿ ਸਕਦੇ ਹਾਂ ਇਨਫਿਨਿਟੀ ਤੇ ਮਿਲਦੀਆਂ ਹਨ। ਯਾਦ ਰੱਖਣਾ ਪੈਰਲਲ ਲਾਈਨਸ ਕਿੱਥੇ ਮੀਟ ਹੁੰਦੀਆਂ ਨੇ, ਇਨਫਿਨਿਟੀ ਤੇ। ਜਿਵੇਂ ਸਾਡੇ ਰੇਲਵੇ ਟਰੈਕ ਹੁੰਦੇ ਆ, ਕੋਈ ਪੁੱਛੇ ਕਿੱਥੇ ਮਿਲਦੇ ਆ, ਤਾਂ ਅਸੀਂ ਕਹਿੰਦੇ ਇਨਫਿਨਿਟੀ ਤੇ ਮਿਲਦੇ ਆ। ਯਾਨੀ ਕਿ ਅਸੀਂ ਬਣਾ ਨਹੀਂ ਸਕਦੇ ਉਹ ਚੀਜ਼ ਨੂੰ, ਉਹ ਵੇਖ ਹੀ ਨਹੀਂ ਸਕਦੇ ਚੀਜ਼ ਜਿੱਥੇ ਪੈਰਲਲ ਰੇਜ਼ ਮਿਲਦੀਆਂ ਹੋਣ। ਹੁਣ ਇਸ ਤੋਂ ਵੀ ਗਾਂ ਲੈ ਜਾਂਦੇ ਆ, ਯਾਨੀ ਕਿ ਬਿਟਵੀਨ ਫੋਕਸ ਐਂਡ ਅਸੀਂ ਪੋਲ ਰੱਖ ਦੇਣਾ, ਫੋਕਸ ਤੋਂ ਵੀ ਗਾਂ ਕਰ ਲਿਆ। ਇਸ ਤੇ ਵੀ ਥੋੜਾ ਧਿਆਨ ਦਿਓ। ਹੁਣ ਦੇਖੋ ਇੱਥੇ ਕੁਝ ਮੁਸ਼ਕਿਲਾਂ ਆਉਣੀਆਂ, ਜਿਹੜੀਆਂ ਸਾਨੂੰ ਹਾਲੇ ਤੱਕ ਜਿਹੜੀ ਲਾਈਨ ਕੰਮ ਕਰ ਰਹੀ ਸੀ ਪੈਰਲਲ ਵਾਲੀ, ਜੇ ਮੈਂ ਉਹ ਪਾ ਦੇਵਾਂ, ਫੋਰ ਐਗਜ਼ਾਮਪਲ ਇੱਦਾਂ ਪਾਤਾ, ਠੀਕ ਹੈ, ਤੇ ਇਹਨੂੰ ਹੁਣ ਰਿਫਲੈਕਟ ਕਰਕੇ ਵਾਪਸ ਭੇਜਣਾ ਹੈ, ਕੁਝ ਗੜਬੜ ਹੋਣੀ ਹੈ। ਫੋਕਸ ਤੇ ਲੰਘਣਾ ਚਾਹੀਦਾ ਨਾ, ਬਟ ਰਸਤੇ 'ਚ ਕੀ ਆ ਜਾਣਾ, ਉਹ ਆਬਜੈਕਟ ਆਪ ਹੀ ਆ ਜਾਣਾ। ਪਹਿਲੇ ਤਾਂ ਪੈਰਾਂ ਤੇ ਚੱਲ ਜਾ ਰਹੀ ਸੀ ਤੇ ਅਸੀਂ ਮੰਨ ਲਿਆ ਕਿ ਚਲੋ ਥੱਲਿਓਂ ਚੱਲ ਜਾਏਗੀ, ਪਰ ਇੱਥੇ ਤਾਂ ਇਹਦੀ ਬੋਡੀ ਆ ਗਈ, ਤਾਂ ਕਰਕੇ ਅਸੀਂ ਇਹ ਕੇਸ ਇੱਥੇ ਬਣਾ ਨਹੀਂ ਸਕਦੇ। ਤਾਂ ਯਾਦ ਰੱਖਣਾ ਇਹ ਪੈਰਲਲ ਲਾਈਨਸ ਇੱਥੇ ਸਾਡੀ ਜਿਹੜੀ ਹਿੰਦੀ ਦੀ ਕਾਪੀ ਯੂਜ਼ ਹੋ ਰਹੀ ਸੀ, ਇੱਥੇ ਯੂਜ਼ ਨਹੀਂ ਹੋਣੀ, ਇੱਥੇ ਕੁਝ ਹੋਰ ਦਿਮਾਗ ਲਾਉਣਾ ਪੈਣਾ, ਤੇ ਇਹਨੂੰ ਮਿਟਾ ਲੈਂਦੇ ਹਾਂ। ਅਸੀਂ ਕੀ ਕਰਦੇ ਹਾਂ, ਇੱਕ ਚੀਜ਼ ਕਰ ਸਕਦੇ ਹਾਂ ਕਿ ਸੈਂਟਰ ਤੋਂ ਲੰਘਾ ਦਿੰਦੇ ਹਾਂ, ਇੱਕ ਸੈਂਟਰ
ਤੇ ਇਹ ਫੜੇ ਦਾ ਟੌਪ, ਇਦਾਂ ਸਕੇਲ ਰੱਖ ਲਿਆ, ਯਾਨੀ ਕਿ ਇਹ ਰੇ ਜਿਹੜੀ ਉੱਪਰ ਨੂੰ ਜਾਏਗੀ, ਇਹਦਾ ਐਰੋ ਆਤਾ ਇੱਥੇ, ਵਾਪਸ ਹੋ ਕੇ ਸੈਂਟਰ ਤੋਂ ਗੁਜ਼ਰ ਜਾਏਗੀ। ਸਿੰਪਲ। ਤਾਂ ਇਸ ਤਰ੍ਹਾਂ ਇੱਕ ਰੇ ਬਣ ਗਈ। ਥੋੜਾ ਜਿਹਾ ਜੁਗਾੜ ਲਾਇਆ। ਤੇ ਦੂਜੀ ਰੇ ਹੁਣ ਕਿੱਥੇ ਬਣਾਈਏ? ਇੱਕ ਤਾਂ ਚਲੋ ਸੈਂਟਰ ਨਾਲ ਬਣਾ ਲਈ, ਦੂਜੀ ਵਾਸਤੇ ਸਾਨੂੰ ਕਰਨਾ ਪੈਣਾ ਹੈ ਲਾਅ ਆਫ ਰਿਫਲੈਕਸ਼ਨ ਯੂਜ਼। ਕੰਮ ਕਰਦੇ ਹਾਂ, ਇੱਥੋਂ ਦੂਜੀ ਰੇ ਪੋਲ ਤੇ ਪਾ ਦਿੰਦੇ ਹਾਂ। ਦੇਖੋ ਇਹ ਇੱਥੇ ਰੱਖਿਆ, ਇਹ ਇੱਥੇ ਰੱਖਿਆ, ਇਹ ਇੱਥੇ ਪੁਆਇੰਟ ਇੱਥੇ ਰੱਖਿਆ। ਹੁਣ ਦੂਜਾ ਅਸੀਂ ਪੁਆਇੰਟ ਲੈਣਾ ਹੈ ਇੱਧਰ। ਹੁਣ ਕਿੰਨੀ ਇਹ ਰਿਫਲੈਕਸ਼ਨ ਹੋ ਕੇ ਕਿੱਥੇ ਜਾਏਗੀ? ਧਿਆਨ ਰੱਖੋ, ਇਹ ਜਿਹੜਾ ਪ੍ਰਿੰਸੀਪਲ ਐਕਸਿਸ ਹੈ ਨਾ, ਇਹਦੇ ਨਾਲ ਇਹ ਇੱਕ ਐਂਗਲ ਬਣ ਗਿਆ ਤਾਂ ਦੂਜਾ ਐਂਗਲ ਬਰਾਬਰ ਹੋਣਾ ਚਾਹੀਦਾ। ਇਹ ਦੇਖੋ ਜ਼ਿਆਦਾ ਵੱਡਾ ਨਹੀਂ ਹੋ ਜਾਏਗਾ, ਇਹ ਦੇਖੋ ਜ਼ਿਆਦਾ ਛੋਟਾ ਨਹੀਂ ਹੋ ਜਾਏਗਾ। ਤਾਂ ਅਸੀਂ ਅੰਦਾਜ਼ੇ ਨਾਲ ਕਹਿ ਸਕਦੇ ਹਾਂ ਲਗਭਗ ਇੰਨਾ ਕਰ ਇਹ। ਤਾਂ ਅਸੀਂ ਇਹਨੂੰ ਬਣਾਤਾ ਇੱਕ ਰੇ ਇਹ। ਹੁਣ ਦੇਖੋ ਇਹ ਰੇਜ਼ ਜਿਹੜੀਆਂ ਹੈਗੀਆਂ ਇੱਧਰ ਪਾਸੇ ਤਾਂ ਮਿਲ ਨਹੀਂ ਸਕਦੀਆਂ, ਕਿਉਂਕਿ ਦੇਖੋ ਇਹ ਪੈਰਲਲ ਵਾਲਾ ਹਿਸਾਬ ਵੀ ਨਹੀਂ ਹੈ, ਇਹ ਤਾਂ ਇੱਕ ਦੂਜੇ ਨਾਲ ਦੂਰ ਹੋਈ ਜਾ ਰਹੀਆਂ ਨੇ। ਤਾਂ ਇੱਥੇ ਤਾਂ ਅਸੀਂ ਕਹਿ ਹੀ ਸਕਦੇ ਹਾਂ ਇਸ ਪਾਸੇ ਥੱਲੇ ਪਾਸੇ ਤਾਂ ਇਹਨਾਂ ਨੇ ਕਦੀ ਮਿਲਣਾ ਹੀ ਨਹੀਂ, ਸਾਨੂੰ ਇੱਥੇ ਇਮੇਜ ਮਿਲਣੀ ਹੀ ਨਹੀਂ, ਇਸ ਪਾਸੇ ਇਮੇਜ ਮਿਲਣੀ ਹੀ ਨਹੀਂ। ਪਰ ਇੱਕ ਚੀਜ਼ ਕਰ ਸਕਦੇ ਹਾਂ, ਇਹਨਾਂ ਰੇਜ਼ ਨੂੰ ਐਕਸਟੈਂਡ ਕਰ ਲਈਏ। ਜਦੋਂ ਮੈਂ ਐਕਸਟੈਂਡ ਕਰਾਂਗਾ, ਇਹਦਾ ਮਤਲਬ ਸਿਰਫ ਦਿਖਾਉਣ ਦੀ ਕੋਸ਼ਿਸ਼, ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ। ਇੱਥੇ ਡਾਟਡ ਲਾਈਨ ਨਾਲ ਮੈਂ ਲਾਤੀ ਕਿ ਜੇ ਇਸ ਤਰ੍ਹਾਂ ਇਹਨੂੰ ਐਕਸਟੈਂਡ ਕਰ ਲਈਏ ਤੇ ਜਿਹੜੀ ਥੱਲੜੀ ਰੇ ਹੈ ਉਹਨੂੰ ਵੀ ਇਦਾਂ ਐਕਸਟੈਂਡ ਕਰ ਲਈਏ, ਤਾਂ ਇਹ ਕਿੱਥੇ ਮੀਟ ਹੋ ਰਹੀਆਂ ਨੇ? ਦੇਖੋ ਇਹ ਇੱਧਰ ਕੱਟ ਕਰਦੀਆਂ ਪਈਆਂ ਜਾਂ ਮੀਟ ਕਰਦੀਆਂ ਪਈਆਂ ਦੋਵੇਂ ਰੇਜ਼। ਚੰਗੀ ਤਰ੍ਹਾਂ ਪਾ ਲਈਏ ਉਸ ਕ੍ਰੋਸਿੰਗ ਜਿਹੜਾ ਪੁਆਇੰਟ ਹੈ ਉਹਨੂੰ, ਇਹ ਪੁਆਇੰਟ ਮਿਲ ਗਿਆ। ਹੁਣ ਇਹ ਜਿਹੜੀ ਰੇਜ਼ ਹਨ, ਇਹਦਾ ਮਤਲਬ ਇਹ ਨਹੀਂ ਕਿ ਸ਼ੀਸ਼ੇ ਦੇ ਅੰਦਰ ਹੀ ਚੱਲ ਗਈਆਂ, ਇਹ ਮੈਂ ਝੂਠੀਆਂ ਰੇਜ਼ ਪਾਈਆਂ ਨੇ, ਫੇਕ ਰੇਆਂ ਪਾਈਆਂ ਨੇ, ਜਾਂ ਵਰਚੁਅਲ ਰੇਜ਼ ਪਾਈਆਂ ਹਨ। ਯਾਨੀ ਕਿ ਹੋ ਸਕਦਾ ਹੈ, ਯਾਨੀ ਕਿ ਅਸੀਂ ਅਸਿਊਮ ਕਰ ਰਹੇ ਹਾਂ ਜੇ ਅਸੀਂ ਇਨ ਰੇਜ਼ ਨੂੰ ਐਕਸਟੈਂਡ ਕਰ ਲਈਏ ਤਾਂ ਇੱਥੇ ਜਾ ਕੇ ਇਹਨਾਂ ਦਾ ਮਿਲਨ ਹੋਣਾ ਹੈ, ਇਹਨਾਂ ਨੇ ਮੀਟ ਕਰਨਾ ਹੈ ਇੱਥੇ। ਤਾਂ ਜੇ ਸਰ ਸਾਨੂੰ ਮਿਲ ਗਿਆ, ਇਹਦਾ ਪੁਆਇੰਟ ਦੀ ਇਮੇਜ ਕਿੱਥੇ ਬਣਦੀ ਪਈ ਹੈ? ਇੱਥੇ ਬਣਦੀ ਪਈ ਹੈ। ਇਹਨੂੰ ਕਵਾਂਗੇ ਰੀਅਲ ਇਮੇਜ ਨਹੀਂ ਬਣਦੀ ਪਈ ਹੈ, ਸ਼ੀਸ਼ੇ ਦੇ ਪਿਛਲੇ ਪਾਸੇ ਬਣਦੀ ਪਈ ਹੈ, ਇੱਕ ਫੇਕ ਇਮੇਜ ਬਣਦੀ ਪਈ ਹੈ, ਇੱਕ ਵਰਚੁਅਲ ਇਮੇਜ ਬਣਦੀ ਪਈ ਹੈ। ਇਹਦਾ ਸਰ ਇੱਥੇ ਹੈ, ਪੈਰ ਇੱਥੇ। ਇੱਥੇ ਧਿਆਨ ਦਿਓ, ਚੀਜ਼ ਇਹ ਹੈ ਐਕਸਟੈਂਡ ਕਰਕੇ ਸਾਨੂੰ ਇਮੇਜ ਮਿਲੀ। ਉਹ ਡਾਟਡ ਲਾਈਨ ਕਿਉਂ ਦਿਖਾਈ? ਕਿਉਂਕਿ ਇਹ ਅਸਲੀ ਰੇ ਨਹੀਂ ਹੈਗੀ ਐ ਕਿ ਇਹ ਰੇ ਜਿਹੜੀ ਅੰਦਰ ਹੀ ਵੜ ਗਈ ਸ਼ੀਸ਼ੇ ਦੇ, ਇਦਾਂ ਦੀ ਗੱਲ ਨਹੀਂ ਹੈ। ਇੱਕ ਵਰਚੁਅਲ ਇਮੇਜ ਬਣੀ ਹੈ, ਝੂਠੀ ਇਮੇਜ ਬਣੀ ਹੈ। ਇਹਨੂੰ ਅਸੀਂ ਕਿਸੇ ਹੱਥ 'ਚ ਜਾਂ ਇਮੇਜ ਕਿਸੇ ਪੇਪਰ 'ਚ ਨਹੀਂ ਲਿਆ ਸਕਦੇ, ਇਹ ਤਾਂ ਸ਼ੀਸ਼ੇ ਦੇ ਪਿੱਛੇ ਹੈ। ਤੇ ਪਰ ਇੱਕ ਚੀਜ਼ ਇੱਥੇ ਅਲੱਗ ਹੋਰ ਹੋਈ ਹੈ ਕਿ ਇਮੇਜ ਪਹਿਲੀ ਵਾਰੀ ਸਿੱਧੀ ਹੋਈ ਹੈ। ਅਸੀਂ ਫਟਾਫਟ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹਾਲੇ ਤੱਕ ਕੀ ਕੀਤਾ ਦੇਖੋ। ਇਹ ਸੀ ਸਾਡਾ ਇਨਫਿਨਿਟੀ ਤੇ, ਉਹਦੇ ਬਾਅਦ ਸੈਂਟਰ ਦੇ ਕੋਲ ਆਏ, ਸੈਂਟਰ ਦੇ ਕੋਲ ਆਏ ਤਾਂ ਸਾਨੂੰ ਇਮੇਜ ਇਦਾਂ ਦੀ ਮਿਲੀ। ਫਿਰ ਅਸੀਂ ਸੈਂਟਰ ਤੇ ਹੀ ਰੱਖਤਾ ਤਾਂ ਇਦਾਂ ਦੀ ਬਰਾਬਰ ਇਮੇਜ ਮਿਲ ਗਈ। ਫਿਰ ਅਸੀਂ ਸੈਂਟਰ ਤੋਂ ਗਾਂਹ ਗਏ, ਥੋੜੀ ਜਿਹੀ ਵੱਡੀ ਇਮੇਜ, ਪਰ ਦੇਖੋ ਹਰ ਇੱਕ ਕੇਸ 'ਚ ਕੀ ਹੋ ਰਿਹਾ, ਪੁੱਠੀ ਇਮੇਜ ਹੀ ਮਿਲ ਰਹੀ ਹੈ। ਫਿਰ ਫੋਕਸ ਤੇ ਹੀ ਰੱਖਤਾ, ਪੈਰਲਲ ਹੋ ਗਈਆਂ ਰੇਜ਼। ਹੁਣ ਅਸੀਂ ਫੋਕਸ ਤੋਂ ਗਾਂਹ ਗਏ ਤਾਂ ਪੁੱਠੇ ਪਾਸੇ ਮਿਰਰ ਦੇ ਦੂਜੇ ਪਾਸੇ ਇਮੇਜ ਬਣਨੀ ਸ਼ੁਰੂ ਹੋ ਗਈ, ਯਾਨੀ ਕਿ ਵਰਚੁਅਲ ਇਮੇਜ ਬਣਨੀ ਸ਼ੁਰੂ ਹੋ ਗਈ। ਹੁਣ ਜੇ ਅਸੀਂ ਇਹ ਟੇਬਲ ਭਰਨਾ ਹੋਵੇ ਬੇਟਾ ਕਿ ਆਬਜੈਕਟ ਅਜੇ ਇਨਫਿਨਿਟੀ ਤੇ ਹੁੰਦਾ ਹੈ, ਅਵੇ ਫਰੋਮ ਸੈਂਟਰ ਹੁੰਦਾ ਹੈ, ਤਾਂ ਇਹ ਸਾਰੀ ਇਨਫੋਰਮੇਸ਼ਨ ਰੱਖਣੀ ਹੋਏ ਤਾਂ ਤੁਸੀਂ ਹੁਣ ਜਿਹੜਾ ਡਾਇਗਰਾਮ ਨਾਲ ਬਣਾ ਲਿਆ ਉੱਥੇ ਵੇਖੋ ਤੇ ਤੁਸੀਂ ਇੱਥੇ ਇਹ ਪੂਰਾ ਟੇਬਲ ਭਰ ਸਕਦੇ ਹੋ। ਜਦੋਂ ਅਸੀਂ ਇਨਫਿਨਿਟੀ ਤੇ ਆਬਜੈਕਟ ਰੱਖਿਆ ਹੁੰਦਾ ਹੈ, ਇਮੇਜ ਫੋਕਸ ਤੇ ਬਣਦੀ ਹੈ, ਫੋਕਸ ਤੇ ਬਣ ਜਾਂਦੀ ਹੈ। ਸਿਰਫ ਇਮੇਜ ਵੇਖਦੇ ਹਾਂ ਕਿਤੇ ਕਿਤੇ ਬਣਦੀ ਹੈ। ਜਦੋਂ ਅਸੀਂ ਅਵੇ ਫਰੋਮ ਸੈਂਟਰ ਹੁੰਦੇ ਹਨ ਤਾਂ ਸਾਡੀ ਜਿਹੜੀ ਇਮੇਜ ਹੁੰਦੀ ਹੈ ਉਹ ਬਿਟਵੀਨ ਸੈਂਟਰ ਐਂਡ ਫੋਕਸ ਬਣਦੀ ਹੈ। ਜਦੋਂ ਸੈਂਟਰ ਤੇ ਰੱਖਦੇ ਹਾਂ ਤਾਂ ਇਮੇਜ ਵੀ ਸੈਂਟਰ ਤੇ ਹੀ ਬਣ ਜਾਂਦੀ ਹੈ ਬਰਾਬਰ। ਜਦੋਂ ਸੈਂਟਰ ਤੇ ਫੋਕਸ ਦੇ ਵਿੱਚ ਆ ਜਾਂਦੇ ਹਾਂ ਅਸੀਂ ਤਾਂ ਇਮੇਜ ਅਵੇ ਫਰੋਮ ਸੈਂਟਰ ਆ ਜਾਂਦੀ ਹੈ, ਜਾਂ ਬਿਯੋਂਡ ਸੈਂਟਰ ਵੀ ਕਹਿੰਦੇ ਇਹਨੂੰ। ਫੋਕਸ ਤੇ ਜਦੋਂ ਆ ਜਾਂਦੇ ਆ ਤਾਂ ਪੈਰਲਲ ਲਾਈਨਸ ਬਣ ਗਈਆਂ, ਇਨਫਿਨਿਟੀ ਤੇ ਬਣਦੀ ਹੈ।
ਐਟ ਇਨਫਿਨਿਟੀ ਲਿਖ ਸਕਦੇ ਹਾਂ ਇੱਥੇ। ਜਦੋਂ ਬਿਟਵੀਨ ਫੋਕਸ ਐਂਡ ਪੋਲ ਹੈ, ਹੁਣ ਕਿੱਥੇ ਬਣਦੀ ਹੈ? ਹੁਣ ਅਸੀਂ ਕਹਿ ਸਕਦੇ ਹਾਂ ਬਿਹਾਈਂਡ ਦਾ ਮਿਰਰ ਚਲ ਜਾਂਦੀ ਹੈ ਇਮੇਜ, ਪੁੱਠੇ ਪਾਸੇ ਚਲ ਜਾਂਦੀ ਹੈ। ਵਰਚੁਅਲ ਇਮੇਜ ਬਣਦੀ ਹੈ ਨਾ, ਅਸੀਂ ਕਿਹਾ ਸੀ ਫੇਕ ਝੂਠੀ ਇਮੇਜ ਬਣਦੀ ਹੈ ਦੂਜੇ ਪਾਸੇ। ਹੁਣ ਇਹ ਅਸੀਂ ਇਮੇਜ ਡਿਸਕਸ ਕਰ ਲਈਆਂ ਕਿ ਕਿਤੇ ਕਿਤੇ ਸਿਰਫ ਇਹਨਾਂ ਦੀ ਪੋਜੀਸ਼ਨ ਹੈ। ਇਹਨਾਂ ਦੇ ਸਾਈਜ਼ ਹੁਣ ਗੌਰ ਕਰੀਏ, ਆਪਣੇ ਜਿਹੜੇ ਡਾਇਗਰਾਮ ਬਣਾਏ ਉਹਨਾਂ 'ਚ ਸਾਈਜ਼ ਗੌਰ ਕਰੋ। ਹੁਣ ਸਾਈਜ਼ ਕੀ ਹੋ ਸਕਦਾ ਹੈ? ਸਾਈਜ਼ ਵੱਡਾ ਹੋ ਸਕਦਾ ਹੈ, ਛੋਟਾ ਹੋ ਸਕਦਾ ਹੈ, ਜਾਂ ਸੇਮ ਰਹਿ ਸਕਦਾ ਹੈ। ਬਸ ਉਸ ਹਿਸਾਬ ਨਾਲ ਅਸੀਂ ਇਨਫੋਰਮੇਸ਼ਨ ਇੱਥੇ ਭਰਨੀ ਹੈ। ਇਨਫਿਨਿਟੀ ਤੇ ਸਾਈਜ਼ ਬਹੁਤ ਹੀ ਛੋਟਾ, ਹੁਣ ਮਤਲਬ ਪੁਆਇੰਟ ਦੇ ਬਰਾਬਰ ਆਬਜੈਕਟ ਹੋ ਗਿਆ, ਤਾਂ ਇਸ ਨੂੰ ਕੀ ਕਹੀਏ? ਛੋਟੇ ਨੂੰ ਇੱਥੇ ਕਹਿੰਦੇ ਆ ਡਿਮਿਨਿਸ਼ਡ, ਛੋਟੀ ਚੀਜ਼ ਨੂੰ ਡਿਮਿਨਿਸ਼ਡ, ਘਟ ਗਿਆ ਸਾਈਜ਼ ਬਹੁਤ। ਇਹ ਬਸ ਇੱਕ ਟਰਮ ਹੈ, ਫੈਂਸੀ ਟਰਮ ਹੈ ਛੋਟੇ ਵਾਸਤੇ। ਡਿਮਿਨਿਸ਼ਡ ਇਮੇਜ ਬਣੀ, ਬਟ ਕਿਉਂਕਿ ਬਹੁਤ ਹੀ ਛੋਟੀ ਹੈ ਤਾਂ ਕਰਕੇ ਇੱਥੇ ਕਹਿਤਾ ਹਾਈਲੀ ਡਿਮਿਨਿਸ਼ਡ। ਠੀਕ ਹੈ। ਹੁਣ ਅਵੇ ਫਰੋਮ ਸੈਂਟਰ ਥੀ, ਸੈਂਟਰ ਤੇ ਫੋਕਸ ਤੇ ਇਮੇਜ ਬਣਦੀ ਹੈ, ਤਾਂ ਬਹੁਤ ਛੋਟੀ ਤਾਂ ਨਹੀਂ, ਪੁਆਇੰਟ ਤਾਂ ਨਹੀਂ ਬਣਦਾ, ਸਿਰਫ ਡਿਮਿਨਿਸ਼ਡ, ਯਾਨੀ ਕਿ ਸਾਈਜ਼ ਥੋੜਾ ਜਿਹਾ ਛੋਟਾ ਹੋ ਜਾਂਦਾ ਹੈ। ਸੈਂਟਰ 'ਚ ਕੁਝ ਵੀ ਨਹੀਂ ਹੁੰਦਾ, ਸੇਮ ਸਾਈਜ਼ ਦੀ ਇਮੇਜ ਰਹਿੰਦੀ ਹੈ। ਜਿੱਦਾਂ ਦਾ ਆਬਜੈਕਟ ਸੇਮ ਸਾਨੂੰ ਮਿਲ ਜਾਂਦੀ ਹੈ ਇਮੇਜ ਦਾ ਸਾਈਜ਼ ਵੀ। ਜਦੋਂ ਅਸੀਂ ਜਾਂਦੇ ਹਾਂ ਸੈਂਟਰ ਤੇ ਫੋਕਸ ਦੇ ਵਿੱਚ, ਤਾਂ ਸਾਈਜ਼ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ। ਮੈਗਨੀਫਾਈਡ ਕਹਿ ਸਕਦੇ ਹੋ, ਮੈਗਨੀਫਾਈਡ ਕਹਿ ਸਕਦੇ ਹੋ, ਜਾਂ ਦੂਜਾ ਵਰਡ ਵੀ ਯੂਜ਼ ਕਰ ਲੈਂਦੇ ਇੱਥੇ ਕਦੀ ਵਾਰੀ, ਐਨਲਾਰਜਡ, ਵੱਡਾ ਹੋ ਗਿਆ, ਲਾਰਜ ਹੋ ਗਿਆ, ਐਨਲਾਰਜਡ ਇਮੇਜ ਮਿਲਦੀ ਹੈ। ਜਦੋਂ ਫੋਕਸ ਤੇ ਹੈਗੇ ਆ ਤਾਂ ਤੁਸੀਂ ਕਹਿ ਸਕਦੇ ਆ ਕੁਝ ਕਿ ਉਹ ਇਮੇਜ ਕਿੱਥੇ ਬਣੇਗੀ? ਅਸੀਂ ਕਹਿੰਦੇ ਇਨਫਿਨਿਟੀ 'ਚ ਬਹੁਤ ਵੱਡੀ ਇਮੇਜ, ਜਾਂ ਉਹਨੂੰ ਵੀ ਕਹਿ ਸਕਦੇ ਹਾਂ ਅਸੀਂ ਹਾਈਲੀ ਮੈਗਨੀਫਾਈਡ। ਹੁਣ ਇੱਥੇ ਕਾਮਨ ਕੁਐਸਚਨ ਆਏਗਾ, ਸਰ ਕਿੱਦਾਂ ਕਹਿ ਸਕਦੇ ਹਾਂ? ਉੱਥੇ ਤਾਂ ਅਸੀਂ ਇਮੇਜ ਵੇਖ ਨਹੀਂ ਸਕਦੇ। ਬੇਟਾ ਅਸੀਂ ਪੈਟਰਨ ਦੇਖ ਰਹੇ ਹਾਂ, ਦੇਖੋ ਜਿਹੜਾ ਮੈਗਨੀਫਾਈਡ ਸੀ ਪਿਛਲਾ ਕੇਸ, ਹੁਣ ਹੋਰ ਗਾਂ ਨੂੰ ਜਾਣਾ ਤਾਂ ਉਹ ਮੈਗਨੀਫਾਈਡ ਵੱਧਦਾ ਗਿਆ, ਤੇ ਜਦੋਂ ਫੋਕਸ ਤੇ ਹੀ ਪੁਆਇੰਟ ਆ ਗਿਆ ਹੈ ਨਾ, ਸੈਂਟਰ ਤੋਂ ਫੋਕਸ ਤੋਂ ਆ ਰਹੇ, ਦੇਖੋ ਇੱਥੇ ਥਰਡ ਪੁਆਇੰਟ ਦੇ ਸੈਂਟਰ ਤੇ ਸੀਗੇ, ਫਿਰ ਸੈਂਟਰ ਦੇ ਫੋਕਸ ਦੇ ਵਿੱਚ ਆਏ, ਫਿਰ ਫੋਕਸ ਤੇ ਅਸੀਂ ਟ੍ਰੈਂਡ ਦੇਖਦੇ ਹਾਂ ਕੀ ਹੁੰਦਾ ਪਿਆ, ਸਾਈਜ਼ ਵੱਡਾ ਹੁੰਦਾ ਪਿਆ ਹੈ। ਤੇ ਜਦੋਂ ਫੋਕਸ ਦੇ ਬਿਲਕੁਲ ਉੱਪਰ ਆ ਜਾਂਦੇ, ਇਮੇਜ ਦਿਸਣੀ ਬੰਦ ਹੋ ਜਾਂਦੀ, ਅਸੀਂ ਕਹਿੰਦੇ ਇਤਨੀ ਮੈਗਨੀਫਾਈਡ ਹੋ ਗਈ ਕਿ ਸਾਨੂੰ ਹੁਣ ਇਮੇਜ ਦਿਸ ਨਹੀਂ ਰਹੀ। ਇਹ ਟ੍ਰੈਂਡ ਵੇਖ ਕੇ ਅਸੀਂ ਕਹਿ ਸਕਦੇ ਹਾਂ। ਹੁਣ ਜਦੋਂ ਬਿਟਵੀਨ ਫੋਕਸ ਐਂਡ ਪੋਲ ਆ ਗਏ, ਤਾਂ ਸਾਨੂੰ ਇਮੇਜ ਜਿਹੜੀ ਮਿਲਣੀ ਹੈ ਵੱਡੀ ਮਿਲਣੀ ਹੈ। ਐਨਲਾਰਜ ਜਾਂ ਮੈਗਨੀਫਾਈਡ ਕਹਿ ਸਕਦੇ ਹੋ, ਐਨਲਾਰਜ ਠੀਕ ਵਰਡ ਹੈ, ਵੱਡੀ ਹੋ ਗਈ। ਹੁਣ ਲਾਸਟ ਪੁਆਇੰਟ ਹੈ ਨੇਚਰ। ਨੇਚਰ ਦਾ ਮਤਲਬ क्या है? इमेज ਕਿਹੋ ਜਿਹੀ ਹੈ, ਪੁੱਠੀ ਹੈ, ਸਿੱਧੀ ਹੈ, ਜਾਂ ਮਿਰਰ ਦੀ ਗਾਂਹ ਬੰਦੀ ਪਈ ਹੈ ਕਿ ਪਿਛਲੇ ਪਾਸੇ ਬੰਦੀ ਪਈ ਹੈ। ਪਹਿਲੀ ਗੱਲ ਅਸੀਂ ਦੇਖ ਲੈਂਦੇ ਹਾਂ ਪੁੱਠੀ ਕਦੋਂ ਕਦੋਂ ਹੁੰਦੀ ਹੈ। ਦੇਖੋ ਹਰ ਇੱਕ ਹਾਲੇ ਤੱਕ ਜਿਹੜਾ ਐਗਜ਼ਾਮਪਲ ਕੀਤਾ ਅਸੀਂ, ਉਹਦੇ 'ਚ ਇਨਵਰਟਿਡ ਜਾਂ ਪੁੱਠੀ ਇਮੇਜ ਹੀ ਮਿਲੀ ਹੈ। ਇਹਨਾਂ ਕੇਸਾਂ 'ਚ ਇਹ ਤੁਹਾਨੂੰ ਬਿਲਕੁਲ ਸਾਹਮਣੇ ਦਿਸ ਜਾਂਦੀ ਹੈ ਜਿਹੜੇ ਮੈਂ ਲਿਖ ਰਿਹਾ। ਤੁਸੀਂ ਆਪਣਾ ਡਾਇਗਰਾਮ ਦੇਖੋਗੇ ਸਮਝ ਜਾਓਗੇ ਮੈਂ ਕੀ ਕਹਿਣਾ ਚਾਹੁੰਦਾ ਹਾਂ। ਲਾਸਟ ਕੇਸ 'ਚ ਅਸੀਂ ਦੇਖਿਆ ਸਿੱਧੀ ਇਮੇਜ ਮਿਲਦੀ ਹੈ, ਸਿੱਧੀ ਨੂੰ ਕਹਿੰਦੇ ਆ ਇਰੈਕਟ। ਹੁਣ ਜਿਹੜਾ ਇਹ ਪਹਿਲਾ ਕੇਸ ਸੀ ਜਿਹਦੇ 'ਚ ਸਾਨੂੰ ਇੱਕ ਪੁਆਇੰਟ ਇਮੇਜ ਮਿਲਦੀ ਹੈ, ਹੁਣ ਉਹਦੀ ਨੇਚਰ ਕਿੱਦਾਂ ਦੱਸੀਏ? ਅਸੀਂ ਦੀ ਕੀ ਦੇਖਣਾ ਹੈ? ਅਸੀਂ ਦੇਖਣਾ ਹੈ ਟ੍ਰੈਂਡ। ਇਹ ਸਾਰੇ ਇਨਵਰਟਿਡ ਤਾਂ ਹੈਗੇ, ਤਾਂ ਇਹਨੂੰ ਵੀ ਅਸੀਂ ਇਨਵਰਟਿਡ ਹੀ ਕਹਿ ਦਾਂਗੇ। ਯਾਨੀ ਕਿ ਕਹਿਣ ਦਾ ਭਾਵ ਹੈ ਕਿ ਜੇ ਛੋਟੇ ਜਿਹਾ ਸਾਈਜ਼ ਵੀ ਅਸੀਂ ਜ਼ੂਮ ਕਰਕੇ, ਬੜਾ ਹੀ ਜ਼ੂਮ ਕਰਕੇ ਵੇਖੀਏ, ਤਾਂ ਇਮੇਜ ਦਾ ਸਾਈਜ਼ ਜਿਹੜਾ ਹੋਏਗਾ ਉੱਥੇ ਛੋਟਾ ਜਿਹਾ ਇਨਵਰਟਿਡ ਹੀ ਹੋਏਗਾ। ਥੋੜੀ ਜਿਹੀ ਚੀਟਿੰਗ ਹੈ, ਬਟ ਅਸੀਂ ਇਹ ਮੰਨਣਾ ਹੈ ਕਿ ਜਦੋਂ ਇਨਫਿਨਿਟੀ ਤੇ ਹੁੰਦਾ ਹੈ ਆਬਜੈਕਟ, ਫੋਕਸ ਤੇ ਇਮੇਜ ਬਣਦੀ ਹੈ, ਬਹੁਤ ਛੋਟੀ ਹੈ, ਹਾਈਲੀ ਡਿਮਿਨਿਸ਼ਡ ਹੈ, ਬਟ ਇਮੇਜ ਦਾ ਜਿਹੜੀ ਨੇਚਰ ਹੈ ਉਹ ਇਨਵਰਟਿਡ ਹੈ, ਉਹ ਪੁੱਠੀ ਹੀ ਹੈ। ਇਹ ਅਸੀਂ ਮੰਨਿਆ ਹੋਇਆ ਹੈ। ਦੂਜੀ ਗੱਲ ਆਏਗੀ ਰੀਅਲ ਇਮੇਜ ਹੋਏਗੀ ਜਾਂ ਵਰਚੁਅਲ। ਬੇਟਾ ਰੀਅਲ ਮਤਲਬ ਹੈ ਜਿਹੜੀ ਰੀਅਲ ਰੇਜ਼ ਦੇ ਮਿਲਣ ਨਾਲ ਬਣ ਰਹੀ ਹੈ। ਵਰਚੁਅਲ ਜਿਹੜੀ ਐਕਸਟੈਂਡਡ ਰੇਜ਼ ਨਾਲ ਮਿਲ ਰਹੀ ਹੈ। ਜਿਹੜੀ ਅਸੀਂ ਇਮੇਜਿਨ ਕੀਤਾ ਸੀ ਸਿਰਫ ਲਾਸਟ ਕੇਸ 'ਚ ਕਿ ਹੁਣ ਇਹ ਰੇਜ਼ ਤਾਂ ਮਿਲਦੀਆਂ ਨਹੀਂ ਪਈਆਂ, ਅਸੀਂ ਪਿੱਛੇ ਵਧਾ ਲਈਏ ਤੇ ਮਿਲ ਜਾਣੀ ਹੈ, ਉਹਨੂੰ ਅਸੀਂ ਕਵਾਂਗੇ ਵਰਚੁਅਲ। ਇੱਕ ਵਰਚੁਅਲ ਇਮੇਜ ਹੈ ਜਿਹੜੀ ਸ਼ੀਸ਼ੇ ਦੇ ਪਿਛਲੇ ਪਾਸੇ ਹੈ। ਹੁਣ ਇਹਨੂੰ ਦਿਖਾਉਣ ਵਾਸਤੇ ਬਸ ਇੱਕ ਕਲਰ ਕਰ ਰਿਹਾ। ਸਿਰਫ ਲਾਸਟ ਕੇਸ 'ਚ ਸਾਨੂੰ ਵਰਚੁਅਲ ਮਿਲਣੀ ਹੈ ਜਿੱਥੇ ਸਾਨੂੰ ਐਕਸਟੈਂਡ ਕਰਨਾ ਪਿਆ। ਬਾਕੀ ਸਾਰਿਆਂ 'ਚ, ਇਹਨਾਂ ਸਾਰਿਆਂ ਕੇਸਾਂ 'ਚ ਸਾਨੂੰ ਰੀਅਲ ਇਮੇਜ ਹੀ ਮਿਲਦੀ ਹੈ। ਜਿਹੜੀ ਅਸਲ ਲਾਈਨਾਂ ਹਨ ਉਹੀ ਮੀਟ ਹੁੰਦੀਆਂ ਹਨ, ਅਸੀਂ ਉੱਥੇ ਇਮੇਜ ਬਣਾ ਲੈਂਦੇ ਹਾਂ। ਤਾਂ ਇਹ ਟੇਬਲ ਤੁਸੀਂ ਆਪ ਵੀ ਟਰਾਈ ਕਰੋ ਕਿ ਡਾਇਗਰਾਮ ਬਣਾ ਕੇ ਫਟਾਫਟ ਰਫ 'ਚ ਇਹ ਡਾਇਗਰਾਮ ਪੂਰਾ ਇਹ ਟੇਬਲ ਭਰ ਸਕੋ।
ਅਸੀਂ ਇਹ ਟੇਬਲ ਸਿੰਪਲ ਇਸ ਤਰ੍ਹਾਂ ਯਾਦ ਕਰ ਸਕਦੇ ਹਾਂ। ਖਾਸ ਕਰ ਇਹ ਚੀਜ਼ਾਂ ਭੁੱਲਦੇ ਹੁੰਦੇ ਹਾਂ ਅਸੀਂ, ਤਾਂ ਉਹ ਦੇਖੋ ਕਿੱਦਾਂ ਯਾਦ ਕਰ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਨਾਲ। ਆਬਜੈਕਟ ਇਨਫਿਨਿਟੀ ਤੇ ਇਮੇਜ ਬਣ ਰਹੀ ਹੈ ਫੋਕਸ ਤੇ। ਜੀ ਆਬਜੈਕਟ ਫੋਕਸ ਤੇ ਹੋਏ ਤੇ ਇਮੇਜ ਕਿੱਥੇ ਬਣੇਗੀ? ਚੱਲ ਜਾਓ ਪਿੱਛੇ ਇਨਫਿਨਿਟੀ ਤੇ। ਦੇਖੋ ਇਨਫਿਨਿਟੀ ਤੇ ਆਬਜੈਕਟ ਸੀਗਾ, ਫੋਕਸ ਤੇ ਇਮੇਜ। ਅੱਛਾ ਇਹ ਦੇਖੋ ਪੰਜਵਾਂ ਕੇਸ, ਫੋਕਸ ਤੇ ਗਿਆ ਤੇ ਇਮੇਜ ਇਨਫਿਨਿਟੀ ਤੇ, ਹੋ ਗਿਆ ਨਾ ਪੁੱਠਾ। ਅੱਛਾ ਸੈਕੰਡ ਦੇਖੋ, ਅਵੇ ਫਰੋਮ ਸੈਂਟਰ ਸੀਗੇ ਤਾਂ ਬਿਟਵੀਨ ਸੈਂਟਰ ਤੇ ਫੋਕਸ ਇਮੇਜ ਬਣੀ। ਜੇ ਬਿਟਵੀਨ ਸੈਂਟਰ ਐਂਡ ਫੋਕਸ ਹੋਈਏ ਤਾਂ ਅਵੇ ਫਰੋਮ ਸੈਂਟਰ ਇਮੇਜ ਬਣ ਜਾਣੀ ਹੈ ਨਾ ਪੁੱਠਾ ਹਿਸਾਬ। ਤਾਂ ਦੋ ਕੇਸ ਯਾਦ, ਦੋ ਤਿੰਨ ਕੇਸ ਯਾਦ ਕਰਨੇ ਨੇ, ਬਾਕੀ ਤਾਂ ਰਿਪੀਟ ਹੋ ਜਾਣੇ। ਸੈਂਟਰ 'ਚ ਸੇਮ ਹੁੰਦਾ ਹੈ, ਸੈਂਟਰ 'ਚ ਕੁਝ ਨਹੀਂ ਹੁੰਦਾ, ਸੈਂਟਰ ਦੀ ਇਮੇਜ ਸੈਂਟਰ ਤੇ ਹੀ ਬਣਦੀ ਹੈ। ਬਾਕੀ ਸਾਰੇ ਕੇਸ ਕਰ ਲਏ। ਇਹ ਅਸੀਂ ਕਰ ਲੈਣਾ ਬਿਟਵੀਨ ਫੋਕਸ ਐਂਡ ਪੋਲ ਕੀ ਹੁੰਦਾ ਹੈ, ਮਿਰਰ ਤਾਂ ਪਿੱਛੇ ਹੀ ਚੱਲ ਜਾਂਦੀ ਹੈ, ਇਮੇਜ ਸਾਡੀ ਇਰੈਕਟ ਹੋ ਜਾਂਦੀ ਹੈ, ਵੱਡੀ ਹੋ ਜਾਂਦੀ ਹੈ ਤੇ ਪਿੱਛੇ ਹੁੰਦੀ ਹੈ, ਵਰਚੁਅਲ ਇਮੇਜ ਹੁੰਦੀ ਹੈ। ਤਾਂ ਇਸ ਤਰ੍ਹਾਂ ਤੁਸੀਂ ਯਾਦ ਕਰ ਸਕਦੇ ਹੋ। ਅਸੀਂ ਵੇਖਿਆ ਕਿ ਕੌਨਕੇਵ ਮਿਰਰ 'ਚ ਜ਼ਿਆਦਾਤਰ ਇਮੇਜਸ ਜਿਹੜੀਆਂ ਹੈਗੀਆਂ ਪੁੱਠੀਆਂ ਹੈਗੀਆਂ। ਬਸ ਇੱਕ ਹੀ ਕੇਸ ਹੈ, ਜੇ ਤੁਸੀਂ ਫੋਕਸ ਦੇ ਗਾਂਹ ਹੀ ਲੰਘ ਜਾਓ ਤਾਂ ਜਾ ਕੇ ਸਿੱਧੀ ਹੋਏਗੀ ਇਮੇਜ, ਅਦਰਵਾਈਜ਼ ਤੁਹਾਨੂੰ ਪੁੱਠੀ ਹੀ ਦਿਸਣੀ ਹੈ ਜਾਂ ਇਨਵਰਟਡ ਹੀ ਦਿਸਣੀ ਹੈ। ਤਾਂ ਹੀ ਕਰਕੇ ਜਿੱਥੋਂ ਅਸੀਂ ਆਪਣਾ ਚੈਪਟਰ ਸਟਾਰਟ ਕੀਤਾ ਸੀ, ਇਹ ਦੇਖੋ ਇਹ ਹੈ ਕੌਨਕੇਵ ਮਿਰਰ। ਇਮੇਜ ਕਿਹੋ ਜਿਹੀ ਦਿਸਦੀ ਪਈ ਹੈ? ਪੁੱਠੀ ਦਿਸਦੀ ਪਈ ਹੈ, ਕਿਉਂਕਿ ਇਹ ਜਿਹੜਾ ਆਬਜੈਕਟ ਹੈ, ਇਹ ਜਿਹੜਾ ਪਰਸਨ ਖਲੋਤਾ ਹੈ, ਇਹ ਫੋਕਸ ਤੋਂ ਰਾਹ ਨੂੰ ਹੈ, ਫੋਕਸ ਤੇ ਗਾਂਹ ਨਹੀਂ ਹੈ। ਹੁਣ ਤੁਹਾਡੇ ਕੋਲ ਇੱਕ ਹੋਮ ਐਕਟੀਵਿਟੀ, ਜੇ ਇੱਕ ਫਿੰਗਰ ਲੈ ਕੇ ਜਾਓ ਸਪੂਨ ਦੇ ਕੋਲ ਕੌਨਕੇਵ ਮਿਰਰ ਯਾਨੀ ਕਿ ਸਾਹਮਣੇ ਵਾਲੇ ਪਾਸੇ, ਜੇ ਬਿਲਕੁਲ ਕੋਲ ਲੈ ਕੇ ਜਾਓਗੇ, ਸਾਡੇ ਨਾਲ ਕੀ ਹੁੰਦਾ ਪਿਆ, ਇਮੇਜ ਸਿੱਧੀ ਹੋ ਜਾਂਦੀ ਪਈ ਹੈ ਲਾਸਟ ਕੇਸ 'ਚ। ਕਿਆ ਇੱਥੇ ਵੀ ਸਿੱਧੀ ਹੋਏਗੀ? ਯਾਨੀ ਕਿ ਜੇ ਅਸੀਂ ਫਿੰਗਰ ਬਿਲਕੁਲ ਕੋਲ ਲੈ ਆਈਏ ਇਹਦੇ ਸਰਫੇਸ ਦੇ, ਕਿਆ ਸਾਨੂੰ ਉਂਗਲੀ ਸਿੱਧੀ ਨਜ਼ਰ ਆਣੀ ਸ਼ੁਰੂ ਹੋ ਜਾਏਗੀ? ਇਹ ਤੁਸੀਂ ਆਪ ਹੋਮਵਰਕ ਕਰਨਾ ਹੈ।